ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਦੇਖ ਰਹੇ ਹੋ ਜੀ ਦਾ ਫੋਕਸ ਸ਼ੋ ਦਾ ਬੜਾ ਹੀ ਖਾਸ ਸ਼ੋ ਦਾ ਫੋਕਸ ਲਾਅ। ਸੋ ਗੱਲਬਾਤ ਕਰਾਂਗੇ ਕਾਨੂੰਨਾਂ ਨਾਲ ਜੁੜੀ ਹੋਈ। ਪਿਛਲੇ ਵੀ ਕਈ ਸ਼ੋਜ਼ ਅਸੀਂ ਕੀਤੇ ਨੇ ਜਿਹਦੇ ਵਿੱਚ ਅਸੀਂ ਕਾਨੂੰਨ ਨਾਲ ਵੱਖ-ਵੱਖ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਨੇ ਉਸ ਉੱਤੇ ਡਿਸਕਸ ਕੀਤਾ ਸੀ। ਸੋ ਹਰ ਵਾਰ ਅਸੀਂ ਡਿਫਰੈਂਟ ਮੁੱਦਾ ਚੁੱਕਦੇ ਹਾਂ, ਹਰ ਵਾਰ ਅਸੀਂ ਖਾਸ ਗੱਲਬਾਤ ਕਰਦੇ ਹੁੰਦੇ ਹਾਂ ਤੇ ਖਾਸ ਗੱਲਬਾਤ ਮੇਰੇ ਨਾਲ ਮੇਰਾ ਸਾਥ ਦਿੰਦੇ ਹੁੰਦੇ ਨੇ ਜੀ ਐਡਵੋਕੇਟ ਸੁਨੀਲ ਮੱਲਨ ਜੀ। ਸੋ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਠੀਕ ਹੈ ਜੀ। ਜੀ ਨਜ਼ਾਰੇ ਲੁੱਟ ਰਹੇ ਹਾਂ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਨਾਲ ਬਹੁਤ ਸਾਰੇ ਐਸੇ ਦਰਸ਼ਕ ਹੋਣਗੇ ਜਿਨ੍ਹਾਂ ਨੇ ਸਾਡਾ ਪਹਿਲਾ ਜਾਂ ਦੂਜਾ ਸ਼ੋ ਨਹੀਂ ਦੇਖਿਆ ਹੋਊਗਾ। ਸੋ ਜਾਣਕਾਰੀ ਲਈ ਦੱਸ ਦਈਏ ਵੀ ਜੇਕਰ ਤੁਸੀਂ ਬੇहद ਖਾਸ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਸ਼ੋ ਨੂੰ ਜ਼ਰੂਰ ਦੇਖਿਓ। ਔਰ ਸੁਨੀਲ ਮੱਲਨ ਜੀ ਦੀ ਹਸਤੀ ਦੇ ਉੱਤੇ ਨਜ਼ਰ ਮਰਵਾ ਦਾਂ ਤਾਂ ਇਸ ਵੇਲੇ ਸੁਪਰੀਮ ਕੋਰਟ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਤੌਰ ਸੀਨੀਅਰ ਐਡਵੋਕੇਟ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਨਿਭਾ ਰਹੇ ਨੇ। ਸੋਸ਼ਲ ਵਰਕਰ ਨੇ, ਕੋਈ ਵੀ ਸੋਸ਼ਲ ਐਕਟੀਵਿਟੀ ਹੁੰਦੀ ਆ ਉਸ ਦੇ ਉੱਤੇ ਆਪਣਾ ਰਿਵਿਊ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ। ਜਿੱਥੇ ਇਹਨਾਂ ਨੂੰ ਲੱਗਦਾ ਹੈ ਵੀ ਖਾਸ ਗੱਲਬਾਤ ਹੈਗੀ ਇਸ ਦੇ ਉੱਤੇ ਹਮੇਸ਼ਾ ਬੋਲਣਾ ਚਾਹੀਦਾ ਜਾਂ ਖਾਸ ਸਲਾਹ ਜਿਹੜੀ ਆ ਆਪਣੀ ਪੇਸ਼ ਕਰਨੀ ਚਾਹੀਦੀ ਹੈ, ਸੋ ਹਮੇਸ਼ਾ ਪੇਸ਼ ਕਰਦੇ ਨੇ। ਤੇ ਡੋਲੀ ਕੀ ਡੋਲੀ ਵਾਲਾ ਜਿਹੜਾ ਤੁਸੀਂ ਕਾਂਡ ਸੁਣਿਆ ਹੋਣਾ, ਉਹਨਾਂ ਨੂੰ ਵੀ ਜਿਹੜੀ ਬਣਦੀ ਜਿਹੜੀ ਸਜ਼ਾ ਸੀ ਉਹ ਇਹਨਾਂ ਦੇ ਦੁਆਰਾ ਕਰਵਾਈ ਗਈ ਸੀ। ਸੋ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ। ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਵੀ ਸੀਨ ਕੀ ਹੋਇਆ ਸੀ। ਉਹ ਬਸ ਸੀਨ ਇਹ ਸੀਗਾ ਕਿ ਉਹ ਲੜਕੀ ਦਾ ਕੰਮ ਹੀ ਸੀ, ਇਹੋ ਹੀ ਸੀ ਵੀ ਇੰਡੀਆ ਆਉਣਾ ਤੇ ਕਿਸੇ ਵੀ ਵਿਆਹ ਦੀ ਐਡ ਦੇਣੀ, ਮੁੰਡੇ ਵਾਲਿਆਂ ਨਾਲ ਵਿਆਹ ਰਚ ਲੈਣਾ ਤੇ ਹਫਤਾ 2 ਹਫਤਾ ਉੱਥੇ ਰਹਿਣਾ। ਰਹਿਣ ਤੋਂ ਬਾਅਦ ਬਸ ਕਲੇਸ਼ ਸ਼ੁਰੂ ਕਰ ਲੈਣੇ। ਕਲੇਸ਼ ਸ਼ੁਰੂ ਕਰਨ ਤੋਂ ਬਾਅਦ ਬਸ ਉਹੀ ਪੁਲਿਸ ਕੰਪਲੇਂਟ ਐਂਡ ਬਾਕੀ ਚੀਜ਼ਾਂ ਤੇ ਕਰਦੇ 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 ਫਿਰ ਉਹਨਾਂ ਕੋਲ 10-15-20 ਲੱਖ ਜੋ ਵੀ ਡਿਮਾਂਡ ਕਰਨੀ, ਕਰੋੜ ਦੀ ਡਿਮਾਂਡ ਕਰਨੀ। ਤੇ ਇਸ ਤਰ੍ਹਾਂ ਉਹ ਪਿਛਲੇ ਵਿਆਹ 'ਚ ਤਲਾਕ ਨਹੀਂ ਕਰਾਉਣਾ, ਨਵਾਂ ਵਿਆਹ ਫਿਰ ਸ਼ੁਰੂ ਕਰ ਲੈਣਾ, ਇਹ ਕਰਨਾ। ਤੇ ਉਹਨੇ ਜਿਹੜਾ ਜਦੋਂ ਮੇਰੇ ਕਲਾਇੰਟ ਨਾਲ ਮੁੰਡੇ ਵਾਲੇ ਸੀ ਉਹਨਾਂ ਤੇ 1 ਕਰੋੜ ਰੁਪਏ ਦਾ ਦਾਅਵਾ ਪਾਇਆ ਪਲੱਸ 3 ਲੱਖ ਰੁਪਏ ਮਹੀਨਾ ਮੰਗਿਆ ਵੀ ਇੰਨੇ ਰੁਪਏ ਮਹੀਨੇ ਸਾਨੂੰ ਮੇਨਟੇਨੈਂਸ ਦਿੱਤੀ ਜਾਵੇ, ਸਭ ਕੁਝ ਦਿੱਤਾ ਜਾਵੇ। ਸੋ ਅਸੀਂ ਵਕਾਲਤ ਤੋਂ ਇਲਾਵਾ ਨਾ ਲੀਗਲ, ਅਸੀਂ ਕੋਰਟ ਦੇ ਅੱਗੇ, ਅਸੀਂ ਕੋਰਟ ਦੇ ਅਫਸਰ ਹਾਂ। ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਕਲਾਇੰਟ ਦੀ ਗੱਲ ਨੂੰ ਧਿਆਨ ਨਾਲ ਸੁਣੀਏ, ਆਪੋਜੀਸ਼ਨ ਦੀਆਂ ਪ੍ਰੋਬੇਬਿਲਿਟੀਜ਼ ਨੂੰ ਲਈਏ, ਲੈਣ ਤੋਂ ਬਾਅਦ ਉਹਦੇ ਤੇ ਰਿਸਰਚ ਕਰੀਏ ਅਸਲੀਅਤ ਕੀ ਹੈ। ਹੁਣ ਉਸ ਬੰਦਿਆਂ ਨੂੰ ਮੈਂ ਪੁੱਛਿਆ ਵੀ ਯਾਰ ਤੁਸੀਂ ਦਿੱਲੀ ਦੇ ਬੰਦੇ ਹੋ, ਤੁਸੀਂ ਮੁਹਾਲੀ ਵਿਆਹ ਕਰਾਉਣ ਕਿਉਂ ਆਏ ਤੇ ਇਹ ਬੰਦਿਆਂ ਦਾ ਦਿੱਲੀ ਰਿਸ਼ਤਾ ਕਿਵੇਂ ਜੁੜਿਆ ਤੁਹਾਡੇ ਨਾਲ? ਉਹ ਕਹਿੰਦੇ ਜੀ ਕਿ ਸਾਡਾ ਜਿਹੜਾ ਰਿਸ਼ਤਾ ਜੁੜਿਆ ਉਹ ਇੱਕ ਐਡਵਰਟਾਈਜ਼ਮੈਂਟ ਏਜੰਸੀ ਦੇ ਦੁਆਰਾ ਜੁੜਿਆ ਤੇ ਐਡਵਰਟਾਈਜ਼ਮੈਂਟ ਏਜੰਸੀ ਜਿਹੜੀ ਸੀਗੀ ਉਹ ਦਿੱਲੀ ਦੀ ਸੀ। ਠੀਕ ਹੈ। ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਜੇ ਉਹ ਐਡਵਰਟਾਈਜ਼ਮੈਂਟ ਏਜੰਸੀ ਦਿੱਲੀ ਦੀ ਸੀ ਔਰ ਇੰਨੀ ਰਿਨਾਊਂਡ ਵੀ ਨਹੀਂ, ਇਹਨਾਂ ਲੋਕਾਂ ਨੇ ਆਪਣੀ ਐਡ ਉੱਥੇ ਕਿਵੇਂ ਦਿੱਤੀ? ਕਰਦੇ ਅਸੀਂ ਉਧੇੜ ਸ਼ੁਰੂ ਕੀਤੀ। ਉਧੇੜ ਕਰਦੇ ਪਤਾ ਲੱਗਾ ਕਿ ਇਹ ਲੜਕੀ ਔਰ ਉਹਦੀ ਮਾਂ ਉੱਥੇ ਰਹਿੰਦੇ ਸੀ। ਅੱਛਾ। ਅਸੀਂ ਉਸ ਮੈਰਿਜ ਬਿਊਰੋ ਤੱਕ ਚਲੇ ਗਏ। ਮੈਰਿਜ ਬਿਊਰੋ ਨੂੰ ਪੁੱਛਿਆ, ਹਾਂ ਜੀ ਤੁਹਾਡੇ ਕੋਲ ਜਿਹੜੇ ਇਹਨਾਂ ਬੰਦਿਆਂ ਨੇ ਆਪਣਾ ਬਾਇਓਡਾਟਾ ਦਿੱਤਾ ਸੀ, ਇਹਨਾਂ ਨੇ ਆਪਣਾ ਲੋਕਲ ਐਡਰੈਸ ਤੁਹਾਨੂੰ ਕੀ ਦਿੱਤਾ? ਉਹ ਲੋਕਲ ਐਡਰੈਸ ਸਾਨੂੰ ਉੱਥੋਂ ਮਿਲ ਗਿਆ। ਅਸੀਂ ਲੋਕਲ ਐਡਰੈਸ ਵਾਲੀ ਥਾਂ ਤੇ ਗਏ ਵੀ ਇੱਥੇ ਇਸ ਨਾਂ ਦੀਆਂ ਫੋਟੋ ਵਾਲੇ ਬੰਦੇ ਇੱਥੇ ਰਹਿੰਦੇ ਸੀ। ਉਸ ਬੰਦੇ ਨੇ ਬੜੀ ਹੀ ਮਤਲਬ ਇਹੋ ਜਿਹੀ ਗੱਲ ਦੱਸੀ ਕਿ ਉੱਥੋਂ ਸਾਡੇ ਪੈਰਾਂ ਤੋਂ ਜ਼ਮੀਨ ਨਿਕਲੀ। ਕਹਿੰਦਾ ਜੀ ਰੋਜ਼ ਰਾਤ ਨੂੰ 11 ਵਜੇ 2 ਗਾੜੀਆਂ ਆਉਂਦੀ ਸੀ। ਬਾਹਰ ਢਾਬਾ ਚਲਾਉਂਦਾ ਸੀ ਬੰਦਾ। ਇਹ ਢਾਬੇ ਵਾਲੇ ਨੂੰ ਪੁੱਛਿਆ ਕਿ ਭਈ ਇਹ ਫੋਟੋਆਂ ਵਾਲੇ ਬੰਦੇ ਇੱਥੇ ਰਹਿੰਦੇ ਸੀ? ਕਹਿੰਦਾ हाँ जी, यहीं पीछे 2 घर छोड़ के रहते थे। रात को 11 बजे 2 गाड़ियां आती थी, एक में माँ बैठ के जाती थी, एक में बेटी बैठ के जाती थी। तो फिर सुबह 3-4 बजे आते थे वापस। तो ठीक है भाई। तो ਉੱਥੋਂ ਸਾਡਾ ਥੋੜਾ ਸ਼ੱਕ ਵਧਿਆ। ਸੋ ਅਸੀਂ ਉਹਨਾਂ ਦੀ ਕਮਿਊਨਿਟੀ ਦੇ ਰਿਲੇਟਡ ਗੁਰਦੁਆਰਿਆਂ 'ਚ, ਮੰਦਰਾਂ 'ਚ ਜਾ ਕੇ ਅਸੀਂ ਮਾੜਾ ਪਤਾ ਕੀਤਾ। ਇੱਥੋਂ ਤੱਕ ਵੀ ਪਤਾ ਲੱਗਾ ਕਿ ਉਸ ਲੜਕੀ ਦੀ ਮਾਂ ਨੇ ਵੀ ਆਪਣੇ ਹਸਬੈਂਡ ਨੂੰ ਤਲਾਕ ਦਿੱਤਾ ਹੈ। ਔਰ ਤਲਾਕ ਨਹੀਂ ਦਿੱਤਾ, ਸੌਰੀ, ਬਿਨਾਂ ਤਲਾਕ ਦਿੱਤਿਆਂ ਹਸਬੈਂਡ ਕਾਨਪੁਰ ਕਿਸੇ ਗੁਰਦੁਆਰਾ ਸਾਹਿਬ 'ਚ, ਜਿੱਥੇ ਵੀ ਚਲੋ ਉਹ ਯੂਪੀ ਦੇ ਕਿਸੇ ਗੁਰਦੁਆਰੇ 'ਚ ਸੇਵਾਦਾਰ ਵੀ ਕਰ ਰਿਹਾ ਤੇ ਸਵੇਰੇ ਆਪਣੀ ਜੌਬ ਕਰਦਾ, ਜਿੱਥੇ ਵੀ ਉਹ ਜੌਬ ਕਰਦਾ। ਤੇ ਮਤਲਬ ਮਾਂ ਵੀ ਜਦੋਂ ਇਹ ਬੱਚਾ ਛੋਟਾ ਸੀ ਜਾਂ ਪਤਾ ਨਹੀਂ ਕੀ ਸੀ, ਮਤਲਬ ਚਲੋ ਬਹੁਤ ਲੰਬੀ ਕਹਾਣੀ ਨਹੀਂ ਮੈਂ ਸੁਣਾ ਸਕਦਾ। ਮਤਲਬ ਮਾਂ ਦਾ ਵੀ ਇਹੋ ਕੈਰੈਕਟਰ ਰਿਹਾ ਕਿ ਕਦੀ ਉਹਨੇ ਕਿਸੇ ਹੋਰ ਬੰਦੇ ਨਾਲ, ਕਦੀ ਕਿਸੇ ਨਾਲ, ਮਤਲਬ ਫਾਦਰ ਦੀ 4000 ਤਨਖਾਹ ਹੋਵੇ ਤੇ ਉਹ 10000 ਦੀ ਕੋਠੀ ਕਿਰਾਏ ਤੇ ਲੈ ਕੇ ਕਿਵੇਂ ਰਹਿ ਸਕਦੀ ਹੈ ਮਾਂ? ਸੋ ਇਦਾਂ ਦੇ ਜਦੋਂ ਮੁੱਦੇ ਸਾਡੇ ਸਾਹਮਣੇ ਆਏ ਫਿਰ ਅਸੀਂ ਖੰਗਾਲਣਾ ਸ਼ੁਰੂ ਕੀਤਾ। ਫਿਰ ਸਾਨੂੰ ਈਵਨ ਇਹ ਵੀ ਦਿਖਿਆ ਕਿ ਉਹਨਾਂ ਨੇ ਆਪਣੇ ਆਧਾਰ ਕਾਰਡ ਦੇ ਵੀ ਨਾਮ ਬਾਰ-ਬਾਰ ਚੇਂਜ ਕਰਾਇਆ। ਦੇਖੋ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਸਾਡਾ ਜਿਹੜਾ ਆਧਾਰ ਕਾਰਡ ਹੈ ਸਾਡੇ ਬਾਇਓਮੈਟ੍ਰਿਕਸ ਨਾਲ ਚੱਲਦਾ, ਸਾਡੀ ਉਂਗਲਾਂ ਲੱਗਦੀਆਂ ਉਹਦੇ ਤੇ। ਤੁਸੀਂ ਆਪਣੀ ਪੂਰੀ ਜੀਵਨ 'ਚ ਇੱਕ ਵਾਰੀ ਆਪਣਾ ਨਾਮ ਬਦਲਵਾ ਸਕਦੇ ਹੋ ਉਹਦੇ ਤੋਂ। ਮੈਂ ਇਕੱਲਾ ਸੁਨੀਲ ਕੁਮਾਰ ਲਿਖਦਾ ਹਾਂ, ਸੁਨੀਲ ਕੁਮਾਰ ਮੱਲਨ ਕਰਾ ਸਕਦਾ, ਰਾਈਟ? ਮੈਂ ਜੇ ਮੇਰੀ ਡੇਟ ਆਫ ਬਰਥ ਮੰਨ ਲਓ ਉੱਥੇ 1990 ਲਿਖੀ ਹੈ ਕੱਲੀ, ਪਰ ਮੈਂ ਉਹਦੇ ਤੇ ਤਰੀਕ ਪਵਾ ਸਕਦਾ ਵੀ 5 ਅਕਤੂਬਰ 1990 ਹੈ, ਰਾਈਟ?
ਮੇਰਾ ਫਾਦਰ ਨੇਮ ਬਦਲ ਸਕਦਾ ਮੈਂ? ਹੂੰ ਸਪੈਲਿੰਗ ਮਿਸਟੇਕ ਹੋਏਗੀ ਜੀ, ਸਪੈਲਿੰਗ ਐਰਰ ਚੇਂਜ ਹੋ ਸਕਦਾ, ਸਪੈਲਿੰਗ ਐਰਰ ਹੋਈ ਹੈ, ਉਹ ਚੇਂਜ ਹੋ ਸਕਦਾ, ਪਰ ਮੇਰੇ ਠਾਕਰਦਾਸ ਤੋਂ ਕੁਲਦੀਪ ਕੁਮਾਰ ਤੇ ਨਹੀਂ ਨਾਮ ਹੋ ਸਕਦਾ ਨਾ ਮੇਰੇ ਫਾਦਰ ਦਾ। ਬਿਲਕੁਲ, ਕਿਉਂਕਿ ਜਦੋਂ ਮੈਨੂੰ ਕਾਰਡ ਮਿਲਿਆ ਮੈਂ ਐਕਸੈਪਟ ਕਿਉਂ ਕੀਤਾ? ਹੂੰ ਉਸ ਲੜਕੀ ਨੇ, ਅੱਛਾ ਕਿਆ ਆਪਾਂ ਆਪਣੀ ਡੇਟ ਆਫ ਬਰਥ ਬਦਲ ਸਕਾਂਗੇ? ਨਹੀਂ ਨਹੀਂ, ਕਿਉਂਕਿ ਜਦੋਂ ਆਧਾਰ ਕਾਰਡ ਬਣਿਆ ਉਦੋਂ ਸਾਡੀ ਡੇਟ ਆਫ ਬਰਥ ਵੀ ਉਹਦੇ ਨਾਲ ਜੁੜੀ, ਉਹਦੇ ਨਾਲ ਸਾਰੇ ਕਾਗਜ਼ਾਤ ਫਾਦਰ ਨੇਮ ਸੇਮ ਰਿਹਾ। ਹੂੰ। ਉਸ ਲੜਕੀ ਨੇ ਆਪਣਾ ਫਾਦਰ ਨੇਮ ਤੱਕ ਬਦਲਿਆ ਆਧਾਰ ਕਾਰਡਾਂ ਦੇ, ਆਪਣਾ ਡੇਟ ਆਫ ਬਰਥ ਚੇਂਜ ਕੀਤੀ, ਹੂੰ ਆਪਣਾ ਨਾਂ ਜੋ ਵੀ ਸੀ, ਕਦੀ ਉਹਦੇ ਪਿੱਛੇ ਸੂਦ ਲਾ ਲੈਣਾ, ਕਦੀ ਉਹਦੇ ਪਿੱਛੇ ਕੁਝ ਹੋਰ ਲਾ ਲੈਣਾ, ਕਦੀ ਕੌਰ ਲਾ ਲੈਣਾ। ਹੂੰ ਸੋ ਇਸ ਤਰ੍ਹਾਂ ਦੇ ਅਸੀਂ ਉਹ ਪ੍ਰੂਫ ਇਕੱਠੇ ਕੀਤੇ, ਉਹਨਾਂ ਪ੍ਰੂਫ ਤੋਂ ਹੀ ਫਿਰ ਅਸੀਂ ਉਹਨਾਂ ਮਹਿਕਮਿਆਂ 'ਚ ਜਾਲੀ ਉਹਨੇ ਆਪਣਾ 10ਵੀਂ ਦਾ ਸਰਟੀਫਿਕੇਟ ਬਣਾਇਆ। ਅੱਛਾ, ਕਈ ਕੁਝ ਇਹੋ ਜਿਹਾ ਸਾਡੇ ਸਾਹਮਣੇ ਆਇਆ ਹੂੰ ਤੇ ਫਿਰ ਅਸੀਂ, ਪਰ ਇਹਦੇ ਵਿੱਚ ਬੜੀ ਮੈਨੂੰ ਨਿਰਾਸ਼ਾਜਨਕ ਗੱਲ ਹੈ ਕਿ ਇਹ ਸਾਰੇ ਪ੍ਰੂਫ ਅਸੀਂ ਪੰਜਾਬ ਪੁਲਿਸ ਨੂੰ ਦਿੱਤੇ, ਹੂੰ ਪੰਜਾਬ ਪੁਲਿਸ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਬੜੀ ਮਾੜੀ ਗੱਲ ਹੈ। ਹੂੰ ਤੇ ਸਾਡੀ ਪੁਲਿਸ ਇਦਾਂ ਦੀ ਹੈ, ਫਿਰ ਅਲਟੀਮੇਟਲੀ ਅਸੀਂ ਕੋਰਟ ਦੇ ਥਰੂ ਪ੍ਰੋਪਰ ਕਾਰਵਾਈ ਕਰਵਾਈ। ਹੂੰ ਮਤਲਬ ਇਹ ਪੁਖਤਾ ਸਬੂਤ ਈਵਨ ਡੀਜੀਪੀ ਤੱਕ ਨੂੰ ਮੈਂ ਦੇ ਕੇ ਆਇਆ ਜਾ ਕੇ ਵੀ ਆਹ ਲੋ ਸਰ ਡਾਕੂਮੈਂਟਰੀ ਐਵੀਡੈਂਸ ਹੈ, ਉੱਤੇ ਪਰਚਾ ਕਰ ਦਿਓ। ਹੂੰ ਹੁਣ ਤੇ ਅਸੀਂ ਫਿਰ ਉਸਦੇ ਪਿਛਲੇ ਵਿਆਹ ਦੀਆਂ ਫੋਟੋਆਂ ਲੱਭੀਆਂ, ਹੂੰ ਦੇਖੋ ਕਿੰਨੀ ਮਿਹਨਤ ਹੁੰਦੀ ਹੈ। ਜੀ, ਸਾਲ 1.5 ਸਾਲ 2 ਸਾਲ ਸਾਡੇ ਲੱਗੇ ਸੀ, ਕਾਨਪੁਰ, ਆਗਰੇ, ਲਖਨਊ, ਮਥੁਰਾ, ਪਤਾ ਨਹੀਂ ਕਿੱਥੇ ਕਿੱਥੇ ਕੜੀ ਦਿੱਲੀ। ਨਾਲ ਕੜੀ ਜੋੜ ਕੇ ਉੱਥੇ ਜੋ ਸਮਾਂ ਅਸੀਂ ਇਨਵੈਸਟੀਗੇਸ਼ਨ ਕੀਤੀ, ਮਤਲਬ ਮੋਟੀ ਗੱਲ ਕਹਿੰਦੀ ਹੈ ਕਿ ਉਹ ਕਲਾਇੰਟ ਨੇ ਮੈਨੂੰ ਕਿਹਾ ਕਿ ਸਰ ਆਪਾਂ ਨਜਾਇਜ਼ ਫਸ ਰਹੇ ਹਾਂ, ਹੂੰ ਸਾਨੂੰ ਬਚਾਓ। ਤੇ ਅਸੀਂ ਫਿਰ ਉਹਦੀ ਲੀਗਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ, ਹੂੰ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਤਰੀਕੇ ਨਾਲ ਸਾਰੇ ਤੱਥ ਸਾਹਮਣੇ ਲਿਆ ਕੇ ਹੂੰ ਫਿਰ ਅਸੀਂ ਉਸ ਨੂੰ ਸਾਰੇ ਜੋ ਵੀ ਸਜ਼ਾ ਦੀ ਭਾਗੀਦਾਰ ਸੀ, ਉਹਦੇ ਨਾਲ ਜਿਹੜੇ ਜਿਹੜੇ ਬੰਦੇ ਰਲੇ ਸੀ, ਹੂੰ ਉਹਨੇ ਜਿਹੜਾ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਹੂੰ ਉਹ ਸਾਰਾ ਕੁਝ ਅਸੀਂ ਉਹਦਾ ਸਟਾਪ ਕਰਾਇਆ ਹੂੰ ਤੇ ਤਾਂ ਜਾ ਕੇ ਸਾਨੂੰ ਹੱਕ ਰਸੀ ਹੋਈ ਹੂੰ ਤੇ ਇੱਕ ਨਜਾਇਜ਼ ਬੰਦੇ ਨੂੰ ਸਜ਼ਾ ਦੇਣ ਮਿਲਣ ਤੋਂ ਬਚਾ ਹੋਇਆ। ਹੂੰ ਠੀਕ ਬਟ ਹੈ। ਇਹਦੇ ਵਿੱਚ ਬੜਾ ਹੀ ਸਾਡੀ ਪੰਜਾਬ ਪੁਲਿਸ ਨੇ ਹੋਰ ਹੀ ਤਰ੍ਹਾਂ ਦਾ ਰੋਲ ਅਦਾ ਕੀਤਾ ਜਿਹਦੇ ਤੇ ਦੁੱਖ ਲੱਗਦਾ। ਹੂੰ ਦੇਖੋ ਉਹਦੇ ਕੋਲ ਪਾਵਰ ਹੈ, ਹੂੰ ਉਹ ਪਾਵਰ ਕਿਤੇ ਵਕੀਲਾਂ ਕੋਲ ਐਕਸਟੈਂਡ ਹੋ ਜਾਂਦੇ, ਕਈ ਮੁੱਦੇ ਕਈ ਚੀਜ਼ਾਂ ਦੇ ਜਿਹੜੀਆਂ ਚੀਜ਼ਾਂ ਸਾਹਮਣੇ ਆ ਜਾਣ, ਹੋ ਜਾਣ, ਬਿਲਕੁਲ ਹੱਲ ਹੋ ਜਾਣ। ਜਦੋਂ ਦੇਖੋ ਨਾ ਕੋਰਟ ਅੱਗੇ ਸੱਚਾਈ ਨਹੀਂ ਜਾਣੀ, ਹੂੰ ਤੇ ਜਦੋਂ ਸੱਚਾਈ ਨਹੀਂ ਜਾਣੀ ਤੇ ਉਹ ਸੱਚਾਈ ਨਹੀਂ ਜਾਏਗੀ ਤੇ ਉਹ ਸਜ਼ਾ ਫਿਰ ਉਹ ਬੰਦੇ ਨੂੰ ਹੋ ਜਾਏਗੀ ਜਾਂ ਉਹ ਨਜਾਇਜ਼ ਫਸ ਜਾਏਗਾ। ਜੀ, ਤੇ ਬੈਟਰ ਹੈ ਕਿ ਆਪਾਂ ਉਹ ਸੱਚਾਈ ਕੋਰਟ ਦੇ ਅੱਗੇ ਲਈਏ। ਅਸੀਂ ਆਫੀਸਰ ਕੋਰਟ ਆ, ਸਾਡੀ ਡਿਊਟੀ ਹੋਵੇ ਬਣਦੀ ਹੈ। ਬਿਲਕੁਲ ਜੀ, ਬਿਲਕੁਲ। ਜੀ। ਸੋ ਸਾਡੇ ਸੋ ਦਰਸ਼ਕ- ਅਸੀਂ ਮਤਲਬ ਹੂੰ। ਵਕਾਲਤ ਦੇ ਨਾਲ ਨਾਲ ਇਨਵੈਸਟੀਗੇਸ਼ਨ ਜਾਂ ਅਸੀਂ ਪਿੱਛੇ ਜਾਣਾ, ਇਹ ਸਾਰੇ ਕੰਮ 'ਚ ਮੇਰੇ ਕਲਾਇੰਟ ਦਾ ਰੋਲ ਜ਼ਿਆਦਾ ਹੈ। ਹੂੰ ਮੈਨੂੰ ਕਲੂ ਦੇਗਾ, ਮੈਨੂੰ ਨਾਲ ਲੈ ਕੇ ਦੌੜੇਗਾ, ਹੂੰ। એનર્ਜੀ ਲਾਏਗਾ, ਮੇਰੇ ਨਾਲ ਸਲਾਹਾਂ ਕਰੇਗਾ, ਤਾਂ ਹੀ ਕੁਝ ਹੋ ਸਕਦਾ, ਤਾਂ ਹੀ ਕੁਝ ਹੋ ਸਕਦਾ। ਹੁਣ ਮੈਨੂੰ ਕਹੇਗਾ ਯਾਰ ਲੋ ਜੀ ਵਕੀਲ ਸਾਹਿਬ ਫੀਸ ਤੇ ਕੇਸ ਲੜ ਦਿਓ, ਮੈਂ ਕੱਲਾ ਕੇਸ That is ਲੜਾਂਗਾ। not possible. ਮੈਨੂੰ ਕਹਿੰਦਾ ਨਹੀਂ ਮੇਰੇ ਨਾਲ ਇਨਵੈਸਟੀਗੇਸ਼ਨ ਵੀ ਕਰੋ, ਅਸੀਂ ਏਜੰਸੀਆਂ ਵੀ ਹਾਇਰ ਕਰਾਂਗੇ। ਹੂੰ ਨੋ ਡਾਊਟ ਸਾਨੂੰ ਟਾਈਮ ਲੱਗਦਾ ਹੈ, ਪਰ ਹੂੰ। ਸੱਚ ਸਾਹਮਣੇ ਲਿਆਇਆ ਜਾ ਸਕਦਾ ਹੈ। ਆ ਜਾਂਦਾ। ਤਰੀਕੇ ਹੈਗੇ ਆ, ਫੜੇ ਜਾ ਸਕਦੇ ਨੇ ਬੰਦੇ। ਜੀ ਠੀਕ ਹੈ ਜੀ। ਸੋ ਅੱਜ ਅਸੀਂ ਚਰਚਾ ਕਰਾਂਗੇ ਜੀ ਨਿਊ ਬੈਂਕਿੰਗ ਜਿਹੜੇ ਰੂਲਸ ਆਏ ਨੇ ਉਹਨਾਂ 'ਚ ਕੀ ਤਬਦੀਲੀਆਂ ਹੋਈਆਂ ਨੇ। ਸੋ ਐਨਆਰਆਈ ਜਿਹੜੇ ਵੀਰ ਭੈਣ ਭਰਾ ਨੇ ਜਿਨ੍ਹਾਂ ਦੇ ਪੈਸੇ ਬੈਂਕ ਦੇ ਵਿੱਚ ਪਏ ਨੇ, ਉਹ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਪੈਸੇ ਆ ਸੇਵ ਕਰ ਸਕਦੇ ਨੇ। ਉਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਐਨਆਰਆਈ ਭੈਣ ਭਰਾ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਪੰਜਾਬ ਦਾ ਜਾਂ ਇੰਡੀਆ ਦਾ ਕਹੀਏ ਪੈਨ ਕਾਰਡ ਜਾਂ ਆਧਾਰ ਕਾਰਡ ਕਿਸ ਤਰੀਕੇ ਨਾਲ ਬਣਾ ਸਕਦੇ ਨੇ। ਤੇ ਇਸ ਤੋਂ ਇਲਾਵਾ ਵਿਆਹ ਸ਼ਾਦੀ ਦਾ ਜਿਹੜਾ ਮੁੱਦਾ ਹੈ, ਜਿਸ ਤੇ ਅਸੀਂ ਸਾਡਾ ਪਹਿਲਾ ਟੌਪਿਕ ਕੀਤਾ ਸੀਗਾ, ਉਸ ਤੋਂ ਲੈ ਕੇ ਜ਼ਰੂਰ ਗੱਲਬਾਤ ਕਰਾਂਗੇ। ਵਿਆਹ ਸ਼ਾਦੀ ਦਾ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ ਹੈ। ਵਿਆਹ ਹਰ ਇੱਕ ਇਨਸਾਨ ਦੀ ਲਾਈਫ 'ਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇੱਕੋ ਹੀ ਹੁੰਦਾ ਜੀ, ਚੰਗਾ ਵਿਆਹ ਤਾਂ ਇੱਕੋ ਹੀ ਹੁੰਦਾ ਜੀ ਬਿਲਕੁਲ। ਸੋ ਵਿਆਹ ਜਿਹੜਾ ਹੈਗਾ, ਜੇਕਰ ਕੋਈ ਬੰਦਾ ਬਾਹਰ ਹੈਗਾ ਤੇ ਕਿਸੇ ਤਰੀਕੇ ਦਾ ਵਿਆਹ ਨੂੰ ਲੈ ਕੇ ਕੋਈ ਡਿਸਪਿਊਟ ਚੱਲ ਰਿਹਾ ਹੈ, ਕੋਈ ਕੋਰਟ ਕੇਸ ਚੱਲ ਰਿਹਾ ਹੈ, ਸੋ ਕਿਸ ਤਰੀਕੇ ਨਾਲ ਉਹ ਕੋਰਟ ਕੇਸ ਨੂੰ ਲੜਿਆ ਜਾ ਸਕਦਾ ਔਰ ਕਿੱਦਾਂ ਸਹੀ ਤੇ ਗਲਤ ਨੂੰ ਪੇਸ਼ ਕੀਤਾ ਜਾ ਸਕਦਾ। ਦੇਖੋ ਤੁਸੀਂ ਕਿੰਨੇ ਵੱਡੇ ਸਵਾਲ ਇਕੱਠੇ ਪੁੱਛ ਲਿਆ, ਪਰ ਉਹਦੇ ਚੋਂ ਪਹਿਲੇ ਸਵਾਲ ਦਾ ਜਵਾਬ ਦਿੰਦਾ ਮੈਂ। ਜੇ ਤੁਸੀਂ ਫੋਰਨ ਕੰਟਰੀ 'ਚ ਬੈਠੇ ਹੋ ਔਰ ਤੁਹਾਡੇ ਤੇ ਇੱਥੇ ਕਿਸੇ ਤਰ੍ਹਾਂ ਦੀ ਪੁਲਿਸ ਕੰਪਲੇਂਟ, ਕੋਰਟ ਸਿਵਲ ਕੇਸ, ਕ੍ਰਿਮੀਨਲ ਕੇਸ ਕੁਝ ਵੀ ਹੋਇਆ ਤੇ ਉਹਨੂੰ ਖਾਲੀ ਨਾ ਛੱਡੋ। ਉਹਦੇ ਤੇ ਆਪਣੀ ਲੀਗਲ ਟੀਮ ਅਪਾਇੰਟ ਕਰੋ ਤੇ ਉਹਦੀ ਪੈਰਵਾਈ ਕਰੋ। ਕਾਰਨ ਹੈ ਕਿ ਜੇ ਤੁਸੀਂ ਆਪਣੇ ਲੀਗਲ ਕੇਸ ਦੀ ਪੈਰਵਾਈ ਨਹੀਂ ਕਰੋਗੇ ਤੇ ਉਹ ਕੋਈ ਨਾ ਕੋਈ ਰੂਪ ਧਾਰਨ ਕਰ ਲੇਗਾ। ਯਾਨੀ ਕਿ ਕਹਿਣ ਦਾ ਭਾਵ ਕੋਰਟ ਕੋਲ ਇੱਕੋ ਬੰਦਾ ਜਾਈ ਜਾ ਰਿਹਾ, ਉਹੀ ਆਪਣਾ ਰੌਲਾ ਪਾਈ ਜਾ ਰਿਹਾ, ਉਹੀ ਸੱਚ ਉਹਨੂੰ ਸਾਬਿਤ ਕਰੀ ਜਾ ਰਿਹਾ ਵੀ ਮੈਂ ਜੋ ਬੋਲਦਾ ਸੱਚ ਹੈ। ਦੂਜੇ ਪਾਸੇ ਉਹਨੂੰ ਕੰਟੈਸਟ ਕਰਨ ਕੋਈ ਨਹੀਂ ਆ ਰਿਹਾ, ਉਹਦੀ ਹਰ ਗੱਲ ਨੂੰ ਸੱਚ ਮੰਨਦੇ ਹੋਏ ਕੋਰਟ ਉਹ ਜਿਹੜੀ ਉਹਨੇ ਗੱਲਾਂ ਕੀਤੀਆਂ ਉਹਦੇ ਤੇ ਫੈਸਲਾ ਸੁਣਾ ਦੇਗੀ। ਤੇ ਉਹ ਫੈਸਲਾ ਡੈਫੀਨੇਟਲੀ ਤੁਹਾਡੇ ਲਈ ਗਲਤ ਹੋਏਗਾ, ਪਰ ਗਲਤੀ ਤੁਹਾਡੀ ਹੈ ਕਿ ਤੁਸੀਂ ਕੋਰਟ ਨੂੰ ਦੱਸਿਆ ਹੀ ਕੁਝ ਨਹੀਂ ਤੇ ਕੋਰਟ ਤੁਹਾਡੀ ਗੱਲ ਤੇ ਕਿੱਦਾਂ ਸੁਣਾਵੇ। ਜਦੋਂ ਕੋਰਟ 'ਚ ਕੋਈ ਔਰ ਜਦੋਂ ਉਹ ਆਰਡਰ ਪਾਸ ਹੋ ਚੁੱਕਾ ਹੋਏਗਾ
ਤੇ ਉਹ ਕੋਰਟ ਨੂੰ ਰਿਵਿਊ ਨਹੀਂ ਕਰ ਸਕਦੀ ਆਰਡਰਾਂ ਨੂੰ। ਉਹ ਫਿਰ ਤੁਹਾਨੂੰ ਉਸ ਤੋਂ ਵੱਡੀ ਕੋਰਟ 'ਚ ਪਹਿਲਾਂ ਜਾਣਾ ਪਏਗਾ, ਉਹ ਵਾਲੇ ਆਰਡਰ ਤੋੜਾਣੇ ਪੈਣਗੇ, ਨਵੇਂ ਕੇਸ ਨੂੰ ਦੁਬਾਰਾ ਚਲਾਉਣ ਦੀ ਐਪਲੀਕੇਸ਼ਨ ਦੇਣੀ ਪਏਗੀ, ਵਿਚ ਇਜ਼ ਅ ਲੈਂਥੀ ਐਂਡ ਟੀਡੀਅਸ ਪ੍ਰੋਸੈਸ। ਕੋਰਟ ਵੀ ਤੁਹਾਨੂੰ ਪਹਿਲਾਂ ਝਟਕਾ ਮਾਰੇਗੀ ਵੀ ਤੁਸੀਂ ਕਿੱਥੇ ਸੁੱਤੇ ਪਏ ਸੀ ਜਦੋਂ ਤੁਹਾਡੇ ਤੱਕ ਘਰ ਤੱਕ ਸੰਬੰਧ ਜਾਂਦੇ ਸੀ, ਤੁਹਾਡੇ ਤੱਕ ਕੋਈ WhatsApp ਤੇ ਅਸੀਂ ਮੈਸੇਜ ਭੇਜਿਆ, ਤੁਸੀਂ ਕਿਉਂ ਨਹੀਂ ਜਵਾਬ ਦਿੱਤਾ। ਸੋ ਮੇਰੀ ਹਰ ਭੈਣ ਭਰਾ ਅੱਗੇ ਇਹੋ ਅਪੀਲ ਹੈ ਵੀ ਤੁਹਾਡੇ ਤੇ ਕੋਈ ਲੀਗਲ ਮੈਟਰ ਹੈ, ਚਾਹੇ ਉਹ ਪੁਲਿਸ ਕੋ ਚੱਲ ਰਿਹਾ ਹੈ, ਚਾਹੇ ਉਹ ਮਤਲਬ ਕਿਸੇ ਹੋਰ ਇਨਵੈਸਟੀਗੇਸ਼ਨ ਏਜੰਸੀ ਕੋ ਚੱਲ ਰਿਹਾ ਹੈ, ਆਪਣਾ ਕੋਈ ਲੀਗਲ ਮੈਨ ਅਪਾਇੰਟ ਕਰਕੇ ਉਹਦੀ ਪੈਰਵਾਈ ਜ਼ਰੂਰ ਕਰੋ। ਪਹਿਲਾ ਕੰਮ ਇਹ ਹੈ। ਫਿਰ ਉਸ ਤੋਂ ਬਾਅਦ ਅਗਲਾ ਸਟੈਪ ਆਉਂਦਾ ਉਹਦੀ ਰਿਪਲਾਈ ਕਿਵੇਂ ਦੇਣੀ ਹੈ। ਪਰ ਮੈਂ ਇੱਕ ਗੱਲ ਸਾਰੇ ਭੈਣ ਭਰਾਵਾਂ ਨੂੰ ਦੱਸ ਦਿਆਂ, 90% ਕੇਸਿਸ ਤੁਸੀਂ ਬਾਹਰ ਬੈਠੇ ਇੰਡੀਆ 'ਚ ਲੜ ਸਕਦੇ ਹੋ। ਅੱਜ ਦੀ ਤਰੀਕ 'ਚ ਕਿਸ ਤਰੀਕੇ ਨਾਲ ਲੜੇ ਜਾ ਸਕਦੇ ਨੇ? ਇੱਥੇ ਆਪਣਾ ਤੁਸੀਂ ਇੱਕ ਰਿਪਰੈਜ਼ੈਂਟੇਟਿਵ ਅਪਾਇੰਟ ਕਰੋਗੇ ਪਲੱਸ ਇੱਕ ਐਡਵੋਕੇਟ ਅਪਾਇੰਟ ਕਰੋਗੇ, ਠੀਕ ਹੈ, ਔਰ ਉਹਦੇ ਨਾਲ ਤੁਸੀਂ ਆਪਣੀ ਲਾਈਸਨਿੰਗ ਰੱਖੋਗੇ, ਟਾਈਮ ਟੂ ਟਾਈਮ ਉਹਨੂੰ ਜਵਾਬ ਦਿਓਗੇ, ਸਹੀ ਜਵਾਬ ਦਿਓਗੇ, ਸਹੀ ਸੂਚਨਾ ਦਿਓਗੇ। ਔਰ ਜਿੱਥੋਂ ਤੱਕ ਲੋੜ ਨਹੀਂ ਹੋਏਗੀ, ਸਾਡੀਆਂ ਮਾਨਯੋਗ ਅਦਾਲਤਾਂ ਵੀ ਤੁਹਾਨੂੰ ਵੀਡੀਓ ਕਾਨਫਰੰਸਿੰਗ ਤੇ ਲੈ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਦੀਆਂ ਨੇ। ਪਰ ਜੇ ਉਹ ਜ਼ਰੂਰੀ ਸਮਝਣਗੀਆਂ ਤੇ ਤੁਹਾਨੂੰ ਆਉਣਾ ਪੈ ਸਕਦਾ। ਠੀਕ ਹੈ। ਸੋ ਉਦੋਂ ਜਦੋਂ ਵੀ ਤੁਸੀਂ ਆਓਗੇ, ਆਉਣ ਤੋਂ ਪਹਿਲਾਂ ਸਾਹਮਣੇ ਵਾਲੀ ਪਾਰਟੀ ਨੂੰ ਹਦਾਇਤ ਦਿੱਤੀ ਜਾਏਗੀ ਕਿ ਇਹ 3 ਪੇਸ਼ੀਆਂ ਉਸ ਬੰਦੇ ਨੂੰ ਇਸ ਮਹੀਨੇ 'ਚ ਦਿੱਤੀਆਂ ਜਾਣਗੀਆਂ। ਇਹ ਪ੍ਰੋਵੀਜ਼ਨ ਹੈ। ਮੰਨ ਲਓ ਮੇਰਾ ਕੋਈ NRI ਭੈਣ ਭਰਾ ਉਹ ਅਗਸਤ ਦਾ ਮਹੀਨਾ ਚੂਜ਼ ਕਰਦਾ, ਅਸੀਂ ਉਹ ਐਪਲੀਕੇਸ਼ਨ ਮੂਵ ਕਰ ਸਕਦੇ ਹਾਂ ਕਿ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਜਿੰਨੀਆਂ ਮਰਜ਼ੀ ਡੇਟਾਂ ਦਿੱਤੀਆਂ ਜਾਣ, ਮੇਰਾ ਉਹ ਕਲਾਇੰਟ ਡੇਟਾ 'ਚ ਭੁਗਤੇਗਾ। ਜੇ 31 ਅਗਸਤ ਤੱਕ ਉਹਨੂੰ ਕ੍ਰਾਸ ਨਹੀਂ ਕੀਤਾ ਜਾਂਦਾ ਜਾਂ ਉਹਦੀ ਗਵਾਹੀ ਨੂੰ ਕੰਪਲੀਟ ਨਹੀਂ ਕੀਤਾ ਜਾਂਦਾ ਤੇ ਇਹ ਗਵਾਹੀ ਕਲੋਜ਼ ਕੀਤੀ ਜਾਏਗੀ। ਇਹ ਵਾਲੇ ਆਰਡਰ ਦੂਜੀ ਪਾਰਟੀ ਨੂੰ ਦੱਸ ਦਿੱਤੇ ਜਾਣ ਟੂ ਦੀ ਸੈਟੀਸਫੈਕਸ਼ਨ ਆਫ ਦੀ ਕੋਰਟ। ਠੀਕ ਹੈ। ਜ਼ਰੂਰੀ ਨਹੀਂ ਕਿ ਕੋਰਟ ਉੱਤੇ ਕਹੇ ਹਾਂ ਜੀ ਇਹੋ ਗੱਲ ਮੰਨਾਂਗੇ, ਬਟ ਜੇ ਲੱਗੇਗਾ ਕੋਰਟ ਨੂੰ ਕਿ ਨਹੀਂ ਇਹਦੀ ਐਕਸਟੈਂਸ਼ਨ ਦੀ ਲੋੜ ਹੈ, ਮਤਲਬ ਬਹਾਨੇ ਮਾਰ ਕੇ ਕੋਈ ਡੇਟਾ ਨਹੀਂ ਲੈ ਸਕਦਾ। ਠੀਕ ਹੈ। ਮੈਂ ਦੂਜੀ ਪਾਰਟੀ ਦੇ ਬੰਦੇ ਜਾਂ ਦੂਜੀ ਪਾਰਟੀ ਦੇ ਵਕੀਲ ਵੀ ਇਹਨੂੰ ਖੱਜਲ ਕਰੀਏ, ਇਹਨੂੰ ਰੋਕੀਏ ਤੇ ਉਹ ਉਹਨੂੰ ਰੋਕ ਨਹੀਂ ਸਕਣਗੇ, ਬਹਾਨੇ ਮਾਰ ਕੇ ਡੇਟਾ ਨਹੀਂ ਲੈ ਸਕਣਗੇ। ਕੋਰਟ ਉਹਨੂੰ ਪ੍ਰੋਸੀਜਰ ਨਾਲ ਪ੍ਰੋਸੀਡ ਕਰੇਗੀ। ਜੀ, ਸੋ ਕੋਈ ਵੀ ਕੈਂਡੀਡੇਟ ਹੈ, ਕਲਾਇੰਟ ਹੈ, ਉਹਨੂੰ ਇਹ ਸਾਰੇ ਪ੍ਰੋਸੈਸ ਦੇ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਉਹਨਾਂ ਨੇ ਮੈਨ ਅਪਾਇੰਟ ਕਰਨਾ ਹੈ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਦੀ ਗੱਲਬਾਤ ਰੱਖਣ ਲਈ? ਸੋ ਉਹ ਕਿਸ ਤਰੀਕੇ ਨਾਲ ਅਪਾਇੰਟ ਹੋ ਸਕਦਾ ਹੈ? ਉਹਨਾਂ ਦਾ ਰਿਸ਼ਤੇਦਾਰ ਹੋ ਸਕਦਾ ਜੀ ਖਾਸ, ਠੀਕ ਹੈ, ਉਹਨਾਂ ਦਾ ਕੋਈ ਕਰੀਬੀ ਹੋ ਸਕਦਾ ਹੈ, ਠੀਕ ਹੈ, ਕੋਈ ਫੈਮਿਲੀ ਫਰੈਂਡ ਹੋ ਸਕਦਾ ਹੈ, ਜਿਹਨੂੰ ਉਹ ਆਪਣੀ ਜਨਰਲ ਪਾਵਰ ਅਟਾਰਨੀ ਦੇ ਕੇ ਜਾਂ ਸਪੈਸ਼ਲ ਪਾਵਰ ਅਟਾਰਨੀ ਦੇ ਕੇ ਭੇਜ ਸਕਦੇ ਆ। ਠੀਕ ਹੈ। ਉਹਦਾ ਇੱਕ ਪ੍ਰੋਸੈਸ ਹੈ ਜਮ੍ਹਾਂ ਕਰਾਉਣ ਦਾ। ਮੈਂ ਤਾਂ ਇਹ ਵੀ ਕਰਦਾ ਕਿ ਜੇ ਤੁਸੀਂ ਬਾਹਰ ਬੈਠੇ ਹੋ, ਤੁਹਾਨੂੰ ਅਸੀਂ ਇੱਥੋਂ ਈਮੇਲ ਕਰਦੇ ਆ, ਤੁਹਾਡੀ ਜੋ ਵੀ ਰਿਪਲਾਈ ਹੈ, ਪਟੀਸ਼ਨ ਹੈ, ਕਾਗਜ਼ ਤਿਆਰ ਕਰਕੇ ਅਸੀਂ ਤੁਹਾਨੂੰ ਭੇਜਦੇ ਆ। ਉਹਨੂੰ ਅਸੀਂ ਤੁਹਾਨੂੰ ਕਹਿੰਦੇ ਆ ਪੜੋ, ਉਹਦੇ 'ਚ ਜੋ ਬਦਲਾਵ ਹੈ ਸਾਨੂੰ ਦੱਸੋ, ਅਸੀਂ ਉਹ ਬਦਲਾਵ ਕਰਦੇ ਆ। ਕਰਨ ਤੋਂ ਬਾਅਦ ਫਾਈਨਲ ਡਾਕੂਮੈਂਟ ਭੇਜਦੇ ਆ ਤੇ ਫਾਈਨਲ ਡਾਕੂਮੈਂਟ ਅਸੈਪਟੈਂਸ ਦੇ ਨਾਲ ਅਸੀਂ ਕਲਾਇੰਟ ਨੂੰ ਕਹਿੰਦੇ ਸਾਨੂੰ ਉਹਦਾ ਪ੍ਰਿੰਟ ਕੱਢ ਹਰ ਪੇਜ ਤੇ ਸਾਈਨ ਕਰ ਤੇ ਨਾਲ ਈਮੇਲ ਵਾਪਸ ਕਰ ਕਿ accepted these documents are accepted and is requested to be presented before the honorable court। ਅਸੀਂ ਉਹ ਡਾਕੂਮੈਂਟ ਆਪਣੇ ਪ੍ਰਿੰਟ ਕੱਢ ਕੇ ਸਾਈਨ ਵਾਲੇ ਤੇ ਨਾਲ ਉਹ ਈਮੇਲ ਦੀ ਕਾਪੀ ਲੈ ਕੇ ਅਸੀਂ ਕੋਰਟਸ ਕੋਲ ਜਾਂਦੇ ਹਾਂ ਤੇ ਉਹਨਾਂ ਨੂੰ ਦਿੰਦੇ ਹਾਂ ਤੇ ਨਾਲ origignal ਡਾਕੂਮੈਂਟ ਉਹਨੂੰ ਕਲਾਇੰਟ ਨੂੰ ਕਹਿੰਦੇ ਆ ਕਿ ਇਹਨੂੰ ਪੋਸਟ ਕਰ ਦੇ। ਜਦੋਂ origignal ਡਾਕੂਮੈਂਟ ਆਉਂਦੇ ਨੇ ਤੇ ਅਸੀਂ ਉਹ ਵਿਦ ਜਿਹੜਾ ਲਿਫਾਫਾ ਹੈ ਜਿਹਦੇ ਵਿੱਚ ਉਹ ਕਾਗਜ਼ ਆਏ ਹੁੰਦੇ ਨੇ ਉਹਦੀ ਇੱਕ ਕਾਪੀ ਆਪਣੇ ਕੋਲ ਰੱਖਦੇ ਹਾਂ ਤੇ ਇੱਕ ਕਾਪੀ ਅਸੀਂ ਕੋਰਟ 'ਚ origignal ਜਮ੍ਹਾਂ ਕਰਾ ਦਿੰਦੇ ਹਾਂ। ਸੋ देयर आर ਮੈਨੀ ਥਿੰਗਸ। 90% ਮੈਂ ਫਿਰ ਕਹਿੰਦਾ ਕਿ ਤੁਹਾਨੂੰ ਇੰਡੀਆ ਆਉਣ ਦੀ ਲੋੜ ਨਹੀਂ, ਤੁਸੀਂ ਉੱਥੇ ਬੈਠ ਕੇ ਕੇਸ ਲੜ ਸਕਦੇ ਹੋ, ਬਟ ਟਾਈਮਲੀ। ਇਹ ਨਾ ਹੋਵੇ ਕਿ ਕੱਲ ਤਰੀਕੇ ਤੇ ਤੁਸੀਂ ਰਾਤ ਨੂੰ ਫੋਨ ਕਰੋ ਵਕੀਲ ਸਾਹਿਬ ਨੂੰ ਕਿ ਵਕੀਲ ਸਾਹਿਬ ਕੀ ਕਰਨਾ ਕੱਲ, ਤੇ ਕੀ ਕਰਨਗੇ ਵਕੀਲ ਸਾਹਿਬ ਰਾਤੋਂ ਰਾਤ। ਸੋ ਇੱਕਦਮ ਨਾਲ ਕੁਝ ਵੀ ਨਹੀਂ ਹੋ ਸਕਦਾ। ਜਿਹੜੇ ਨਿਯਮ ਨੇ, ਜਿਹੜੇ ਕਾਨੂੰਨ ਨੇ, ਉਹ ਥੋੜਾ ਲੰਬਾ ਪ੍ਰੋਸੈਸ ਹੈ ਕਿਉਂਕਿ ਕਾਨੂੰਨ ਜਿਹੜੇ ਇੱਕ ਆਪਸ 'ਚ ਇੱਕ ਦੂਜੇ ਦੀ ਕਾਟ ਜ਼ਰੂਰ ਕਰਦੇ ਨੇ। ਕਾਨੂੰਨਾਂ ਦੇ ਵਿੱਚ ਬਹੁਤ ਸਾਰੀਆਂ ਘੁੰਡੀਆਂ ਹੁੰਦੀਆਂ ਨੇ। ਸੋ ਲੀਗਲ ਐਡਵਾਈਸ ਲੈਣਾ ਜ਼ਰੂਰੀ ਹੈ। ਕਾਨੂੰਨਾਂ ਦੇ ਆਧਾਰ ਦੇ ਉੱਤੇ ਕੋਈ ਵੀ ਕੰਮ ਕਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਸਕਰੀਨ ਦੇ ਉੱਤੇ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕਮੈਂਟ ਸੈਕਸ਼ਨ 'ਚ ਵੀ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਕਿਸੇ ਮੁੱਦੇ ਦੇ ਉੱਤੇ, ਤੁਹਾਡੇ ਸਵਾਲ ਦੇ ਉੱਤੇ ਚਰਚਾ ਕਰੀਏ, ਤਾਂ ਤੁਸੀਂ ਉਹ ਵੀ ਸਵਾਲ ਸਾਨੂੰ ਫੋਨ ਕਰਕੇ ਆਪਣਾ ਸਵਾਲ ਸਾਨੂੰ ਲਿਖਵਾ ਸਕਦੇ ਹੋ, ਤੁਸੀਂ ਜਾਣਕਾਰੀ ਲੈ ਸਕਦੇ ਹੋ। ਜੇਕਰ ਤੁਸੀਂ ਸਾਡੇ ਸ਼ੋਅ ਦੇ ਦੌਰਾਨ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਅਸੀਂ ਤੁਹਾਨੂੰ ਫ੍ਰੀ ਦੀ ਕੰਸਲਟੈਂਸੀ ਇਸ ਸ਼ੋਅ ਦੇ ਰਾਹੀਂ ਜ਼ਰੂਰ ਦੇਵਾਂਗੇ। ਚਲੋ ਜੀ, ਇਹ ਤਾਂ ਰਿਹਾ ਵਿਆਹ ਸ਼ਾਦੀ ਦਾ ਮੁੱਦਾ। ਮੁੱਕਵੀਂ ਚੱਕਵੀਂ ਗੱਲ ਕਰੀਏ ਤਾਂ ਮੁੱਕਵੀਂ ਗੱਲ ਇਹ ਹੈ ਵੀ ਤੁਸੀਂ ਬਾਹਰ ਰਹਿੰਦੇ ਸੁਣਦੇ ਵੀ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਆਸਾਨੀ ਨਾਲ ਪੈਰਵਾਈ ਕਰ ਸਕਦੇ ਹੋ, ਲੜ ਸਕਦੇ ਹੋ। ਇਸ ਤੋਂ ਇਲਾਵਾ ਸਾਡਾ ਜਿਹੜਾ ਦੂਜਾ ਚਰਚਾ ਦਾ ਵਿਸ਼ਾ ਹੈਗਾ ਉਹ ਹੈਗਾ ਵੀ ਬੈਂਕ, ਜੋ ਨਿਊ ਬੈਂਕਿੰਗ ਰੂਲਸ ਆਏ ਨੇ, ਅਪਡੇਸ਼ਨ ਆਈਆਂ ਨੇ, ਸੋ ਉਸ ਦੇ ਆਧਾਰ ਤੇ ਕੁਝ ਇੱਕ ਤਬਦੀਲੀਆਂ ਆਈਆਂ ਨੇ। ਹੁਣ ਬਹੁਤ ਸਾਰੇ ਐਸੇ NRI ਭੈਣ ਭਰਾ ਸੀ ਜਿਨ੍ਹਾਂ ਦੇ ਪੈਸੇ ਜਮ੍ਹਾਂ ਸੀਗੇ, ਕਰੋਨਾ ਕਾਲ ਆ ਗਿਆ, ਚੱਲਦਾ ਪਿਆ, ਸੋ ਇਸ ਦੇ ਵਿੱਚ ਇੰਡੀਆ ਗੇੜਾ ਨਹੀਂ ਲੱਗ ਸਕਿਆ।
ਦੱਸਿਆ ਉਹਨਾਂ ਦਾ। ਜੀ। ਸੋ ਕੀ ਹੋਊਗਾ, ਕਿਉਂਕਿ ਬਹੁਤ ਸਾਰੀਆਂ ਪ੍ਰਾਈਵੇਟ ਬੈਂਕਾਂ ਜਿਹੜੀਆਂ ਨੇ ਉਹ ਮਰਜ ਹੋ ਗਈਆਂ ਨੇ, ਹੈਨਾ, SBI ਦੇ ਵਿੱਚ ਹੋਰ ਵੀ ਬਹੁਤ ਕੁਝ ਤਬਦੀਲੀਆਂ ਆਈਆਂ ਨੇ। ਸੋ ਕਿਸ ਤਰੀਕੇ ਦੇ ਨਾਲ, ਕੀ ਨਜ਼ਰੀਏ ਦੇ ਨਾਲ ਦੇਖਦੇ ਹੋ ਤੇ ਉਹਨਾਂ ਪੈਸਿਆਂ ਦਾ ਭਵਿੱਖ ਕੀ ਦੇਖਦੇ ਹੋ ਸਕਦਾ ਬੰਦਾ ਪਿਛਲੇ 2 ਸਾਲ ਤੋਂ ਇੰਡੀਆ ਨਾ ਆਇਆ ਹੋਵੇ, 4 ਸਾਲ ਤੋਂ ਇੰਡੀਆ ਨਾ ਆਇਆ ਹੋਵੇ, ਹੁਣ ਅੱਗੇ ਦਾ ਵੀ ਨਹੀਂ ਪਤਾ ਕਿ ਕਦੋਂ ਤੱਕ ਆਇਆ ਜਾਊਗਾ। ਸੋ ਕਿੱਦਾਂ ਸੇਵ ਹੋ ਸਕਦਾ ਉਹ ਪੈਸਾ? ਦੇਖੋ, ਇਹ ਟੌਪਿਕ ਬਹੁਤ ਵੱਡਾ ਹੈ, ਅਸੀਂ ਇਹਨੂੰ ਕਿਸੇ ਦਿਨ ਇੱਕੋ ਟੌਪਿਕ ਬੈਂਕਿੰਗ ਦੇ ਉੱਤੇ ਹੀ ਕੰਮ ਕਰਾਂਗੇ। ਪਰ ਮੈਂ ਆਪਣੇ NRI ਭੈਣ ਭਰਾਵਾਂ ਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ ਕਿ ਜਿਹੜਾ ਵੀ ਤੁਹਾਡਾ ਬੈਂਕ ਹੈ ਉਹਦੇ ਵਿੱਚ ਆਪਣਾ ਜਿਹੜਾ ਅਕਾਊਂਟ ਹੈ ਉਹਨੂੰ ਲੇਟੈਸਟ CIF ਕਹਿੰਦੇ ਆਪਾਂ ਉਹਨੂੰ, ਕਸਟਮਰ ਆਇਡੈਂਟੀਫਿਕੇਸ਼ਨ ਫੋਲੀਓ, ਉਹਦੇ ਨਾਲ ਉਹਨੂੰ ਪਹਿਲਾਂ ਤੇ ਓਕੇ ਕਰਾ ਲਵੇ, ਨੋਮੀਨੇਸ਼ਨ ਆਪਣੀ ਪ੍ਰੋਪਰ ਕਰਾ ਲਵੇ, ਔਰ ਜਿਹੜਾ ਵੀ ਹੋਰ ਅਟੈਚਮੈਂਟਸ ਨੇ ਜਿਹੜੀਆਂ ਉਹਦੇ 'ਚ ਲੱਗਣੀਆਂ ਉਹਨਾਂ ਨੂੰ ਕੰਪਲੀਟ ਕਰਾਉਣ ਤੋਂ ਬਾਅਦ ਆਪਣੀਆਂ FDR ਨੂੰ ਆਪਣੇ ਇੱਕ ਅਕਾਊਂਟ ਨਾਲ ਜੁੜਵਾ ਲਵੇ। ਠੀਕ ਹੈ। ਆਪਣਾ ਫੋਨ ਨੰਬਰ ਅਪਡੇਟ ਰੱਖੇ, ਆਪਣਾ ਈਮੇਲ ID ਉੱਥੇ ਅਪਡੇਟ ਰੱਖੇ, ਔਰ ਸਾਲ ਦੇ ਵਿੱਚ ਇੱਕ ਐਂਟਰੀ ਪੈਸੇ ਜਮ੍ਹਾਂ ਕਰਾਉਣ ਦੀ ਜਾਂ ਕਢਾਉਣ ਦੀ ਜ਼ਰੂਰੀ ਹੈ, ਚਾਹੇ 100 ਰੁਪਇਆ ਕਢਾ ਲਓ। ਜੇ ਤੁਸੀਂ ਉਹਦੇ 'ਚ ਪੈਸੇ ਨਹੀਂ ਕਢਾਓਗੇ ਤੇ ਉਹ ਅਕਾਊਂਟ ਡੋਰਮੈਂਟ ਘੁਮਾਉਂਦਾ। ਡੋਰਮੈਂਟ ਦਾ ਮਤਲਬ ਵੀ ਪੈਸਾ ਤੁਹਾਡਾ ਉਹਦੇ ਅੰਦਰ ਪਿਆ, ਜਦ ਤੱਕ ਉਹਦਾ ਜਿਹੜਾ ਮਾਲਕ ਹੈ ਅਕਾਊਂਟ ਹੋਲਡਰ ਉਹਦੇ 'ਚੋਂ ਵਿਡਰਾ ਨਹੀਂ ਕਰਦਾ ਤਦ ਤੱਕ ਉਹ ਜਿਹੜਾ ਅਕਾਊਂਟ ਹੈ ਉਹ ਡੋਰਮੈਂਟ ਹੋ ਜਾਏਗਾ, ਉਹ ਆਪਰੇਟ ਨਹੀਂ ਕਰ ਪਾਓਗੇ ਤੁਸੀਂ ਇੱਕਦਮ ਆ ਕੇ। ਬਟ ਡੋਰਮੈਂਟ ਤੁੜਵਾਉਣੀ ਵੀ ਬੜੀ ਆਸਾਨ ਹੈ, ਟਾਈਮ ਨਹੀਂ ਲੱਗਦਾ, ਪਰ ਫਿਰ ਵੀ ਮੈਂ ਚਾਹੂੰਗਾ ਕਿ ਉਹਨੂੰ ਟਾਈਮ ਸਿਰ ਉਹਨੂੰ ਓਕੇ ਰੱਖੋ ਤਾਂ ਕਿ ਤੁਹਾਡੇ ਪੈਸੇ ਦਾ ਵਿਆਜ ਤੁਹਾਨੂੰ ਮਿਲਦਾ ਰਹੇ। ਔਰ ਇਸ ਤੋਂ ਇਲਾਵਾ ਇੱਕ ਪੈਨ ਕਾਰਡ ਅੱਜਕੱਲ ਬੜਾ ਜ਼ਰੂਰੀ ਹੈ ਜਿਹੜਾ ਹਰ ਖਾਤੇ ਨਾਲ ਅਟੈਚ ਹੋਣਾ ਹੈ, ਕਿਉਂਕਿ ਸਰਕਾਰ ਇਹ ਕਹਿੰਦੀ ਹੈ ਵੀ ਜੇ ਤੁਸੀਂ ਬਾਹਰੋਂ ਮੰਨ ਲਓ $2000 ਲੈਂਦੇ ਆ ਉਹਦੇ ਤੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਹੈ, ਪਰ ਜੇ ਤੁਸੀਂ ਇੰਡੀਆ ਵਿੱਚ ਉਸ $2000 ਦਾ ਜੋ ਲੱਖ ਰੁਪਏ ਬਣਿਆ ਉਹਨੂੰ ਬੈਂਕ 'ਚ ਜਮ੍ਹਾਂ ਕਰਾਇਆ ਤੇ ਜੇ ਉਹਦਾ ਕੋਈ ਵਿਆਜ ਆਉਂਦਾ ਤੇ ਉਹ ਵਿਆਜ ਟੈਕਸੇਬਲ ਹੈ ਤੇ ਤੁਸੀਂ ਉਹ ਟੈਕਸ ਤਾਰਨਾ ਹੈ। ਉਹ ਟੈਕਸ ਤੁਸੀਂ ਕਿੱਦਾਂ ਤਾਰੋਗੇ? ਟੈਕਸ ਉਦੋਂ ਹੀ ਤਾਰੋਗੇ ਜਦੋਂ ਤੁਹਾਡੇ ਕੋਲ ਪੈਨ ਕਾਰਡ ਹੋਏਗਾ। ਸੋ ਜਿਹੜੇ ਵੀ ਤੁਸੀਂ NRI ਭੈਣ ਭਰਾ ਹੋ ਮੇਰੇ, ਉਹਨਾਂ ਨੂੰ ਪੈਨ ਕਾਰਡ ਬਣਾਉਣ ਵਾਸਤੇ ਇੰਡੀਆ ਕੋਲ ਪ੍ਰੋਵੀਜ਼ਨ ਹੈ ਕਿ ਤੁਸੀਂ NRI ਹੋ ਕੇ ਵੀ ਆਪਣਾ ਪੈਨ ਕਾਰਡ ਬਣਾ ਸਕਦੇ ਹੋ। ਉਸ ਪੈਨ ਕਾਰਡ ਜਿਹੜਾ ਇੰਡੀਆ ਦੇ ਬੰਦੇ ਲਈ ਉਹ 100-120 ਰੁਪਏ 'ਚ ਬਣ ਜਾਂਦਾ ਹੈ, ਤੇ NRI ਵਾਸਤੇ ਉਹਦੀ ਸਰਕਾਰੀ ਫੀਸ 1000 ਰੁਪਏ ਦੇ ਆਸ-ਪਾਸ ਹੈ, ਪਲੱਸ ਕੁਝ ਮਾੜਾ ਮੋਟਾ ਹੋਰ ਖਰਚਾ ਲੱਗ ਜਾਏਗਾ। ਆਪਣਾ ਪੈਨ ਕਾਰਡ ਬਣਾ ਕੇ ਆਪਣੇ ਨਾਲ ਅਪਲੋਡ ਕਰੋ ਆਪਣੇ ਬੈਂਕਾਂ 'ਚ, ਆਪਣਾ ਅਕਾਊਂਟ, ਆਪਣਾ ਮੋਬਾਈਲ ਨੰਬਰ ਉਹਦੇ 'ਚ ਅਪਡੇਟ ਕਰੋ ਤੇ ਤੁਹਾਨੂੰ ਤਾਂ ਕਿ ਰੈਗੂਲਰ ਮੈਸੇਜ ਆਉਂਦੇ ਰਹਿਣ। ਇਹਨਾਂ ਚੀਜ਼ਾਂ ਦੇ ਉਹਦਾ ਇਹ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਜਿਹਦਾ ਧਿਆਨ ਰੱਖਣਾ ਹੈ। ਆਪਣੇ KYC ਅਪਡੇਟ ਪ੍ਰੋਪਰ ਤਰੀਕੇ ਨਾਲ ਕਰੋ, ਠੀਕ ਹੈ, ਔਰ ਬੈਂਕ ਨਾਲ ਈਮੇਲ ਤੇ ਕਮਿਊਨੀਕੇਸ਼ਨ ਕਰਦੇ ਰਹੋ। ਬੈਂਕ ਦਾ ਵੀ ਮੇਲ ID ਆਪਣੇ ਕੋਲ ਰੱਖੋ, ਠੀਕ ਹੈ। ਬੈਂਕ ਨੂੰ ਜਦੋਂ ਤੁਸੀਂ ਮੇਲ ਕਰਦੇ ਹੋ ਤੁਸੀਂ ਰਜਿਸਟਰਡ ਮੇਲ ID ਤੋਂ ਤੇ ਤੁਹਾਡੇ ਨਾਲ ਉਹ ਸਾਰਾ ਕੁਝ ਸ਼ੇਅਰ ਕਰ ਦਿੰਦੇ ਨੇ, ਜਿਹੜੀ ਇਨਫੋਰਮੇਸ਼ਨ ਹੈ ਲਗਾਤਾਰ ਤਬਦੀਲ ਹੁੰਦੀ ਰਹਿੰਦੀ ਹੈ। ਠੀਕ ਹੈ। ਹੁਣ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਤੁਸੀਂ ATM ਕਾਰਡ ਵੀ ਜਾਰੀ ਕਰਾ ਲੈਂਦੇ ਹੋ। ਜਦੋਂ ਤੁਸੀਂ ਬੈਂਕ ਨਾਲ ਕਮਿਊਨੀਕੇਟ ਕਰੋਗੇ ਤੁਸੀਂ ਇਹ ਵੈਰੀਫਾਈ ਕਰ ਲਓ ਕਿ ਬੈਂਕ ਸਹੀ ਜਗ੍ਹਾ ਤੇ ਵੈਰੀਫਾਈ ਕਰ ਰਹੇ ਹੋ। ਕਿਸੇ ਵੇਲੇ ਤੁਹਾਡੇ ATM ਕਾਰਡ ਦਾ ਪਿਨ ਨੰਬਰ ਨਹੀਂ ਆਉਂਦਾ ਤੇ ਤੁਹਾਡੇ ਪੈਸੇ ਨਹੀਂ ਵਿਡਰਾ ਹੁੰਦੇ ਤੇ ਤੁਸੀਂ ਬੈਂਕ ਮੈਨੇਜਰ ਨਾਲ ਆਪਣੀ ਜੇ ਸੇਫਟੀ ਤੁਹਾਨੂੰ 100% ਲੱਗੇ ਤੇ ਬੈਂਕ ਮੈਨੇਜਰ ਨਾਲ ਆਪਣੇ ਆਖਰੀ ਦੇ 8 ਅੱਖਰ ਜਾਂ 16 ਦੇ 16 ਵੀ ਸ਼ੇਅਰ ਕਰ ਸਕਦੇ ਹੋ, ਪਰ ਪਿੱਛੇ ਇੱਕ CVV ਨੰਬਰ ਹੁੰਦਾ ਹੈ ਜਾਂ ਕੋਈ ਹੋਰ ਐਰਰ ਜਿਹੜੀ ਹੁੰਦੀ ਹੈ, ਉਹਨਾਂ ਚੀਜ਼ਾਂ ਨੂੰ ਸ਼ੇਅਰ ਨਾ ਕਰਿਓ। ਠੀਕ ਹੈ। ਸੋ ਬੇਸਿਕ ਜਿਹੜੀਆਂ ਗੱਲਾਂ ਨੇ, ਜਿਹੜੀਆਂ ਜਾਣਕਾਰੀਆਂ ਨੇ, ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਸਾਰੀਆਂ ਗੱਲਾਂ ਦਾ ਜੇਕਰ ਸਾਡੇ ਭੈਣ ਭਰਾ ਧਿਆਨ ਰੱਖਣਗੇ ਤਾਂ ਉਹਨਾਂ ਦਾ ਪੈਸਾ ਕਿਤੇ ਵੀ ਨਹੀਂ ਜਾਊਗਾ, ਉਹਨਾਂ ਦਾ ਪੈਸਾ ਸੇਫ ਹੈਗਾ। ਦੇਖੋ ਜੀ, ਜਿੰਨਿਆਂ ਜੀ ਵੀ ਉਹਨਾਂ ਦਾ ਰਹੇਗਾ ਤੇ ਪਰਮਾਤਮਾ ਨਾ ਕਰੇ ਉਹ ਗੁਜ਼ਰ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਵੀ ਉਹ ਤਕਲੀਫਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੇ ਤੁਸੀਂ ਉਹਨਾਂ ਬੱਚਿਆਂ ਦੀ ਜਾਂ ਆਪਣੇ ਨੋਮੀਨੀਜ਼ ਦੀ ਪ੍ਰੋਪਰ ਐਂਟਰੀ ਕਰਾਈ ਹੋਈ ਹੈ। ਠੀਕ ਹੈ ਜੀ, ਠੀਕ ਹੈ। ਸੋ ਜਦੋਂ ਤੁਸੀਂ ਪੈਨ ਕਾਰਡ ਦੀ ਗੱਲ ਕੀਤੀ ਸੀ, ਇਹਦੇ ਚ ਮਤਲਬ ਬਹੁਤ ਵੱਡਾ ਰੋਲ ਹੈਗਾ ਪੈਨ ਕਾਰਡ ਦਾ। ਜੀ। ਸੋ ਪੈਨ ਕਾਰਡ ਜਿਹੜਾ, ਕਿਉਂਕਿ ਇੱਥੇ ਅਸੀਂ ਹੈਗੇ, ਇੱਥੇ ਤਾਂ ਅਸੀਂ ਬੜੀ ਆਸਾਨੀ ਨਾਲ ਬਣਵਾ ਸਕਦੇ ਹਾਂ, ਲੇਕਿਨ ਜਿਹੜੇ ਸਾਡੇ ਵਿਦੇਸ਼ੀ ਨੇ ਹਨਾ, ਸਾਡੇ ਭੈਣ ਭਰਾ ਵਿਦੇਸ਼ 'ਚ ਬੈਠੇ ਨੇ, ਉਹ ਪੈਨ ਕਾਰਡ ਬਣਵਾਉਣਾ ਚਾਹੁੰਦੇ ਨੇ, ਆਧਾਰ ਕਾਰਡ ਬਣਵਾਉਣਾ ਚਾਹੁੰਦੇ ਨੇ। ਸੋ ਦੋਨੇ ਵੱਖੋ ਵੱਖਰੀਆਂ ਚੀਜ਼ਾਂ ਨੇ, ਲੇਕਿਨ ਮੈਂ ਦੋਨਾਂ ਬਾਰੇ ਜ਼ਰੂਰ ਜਾਣਨਾ ਚਾਹੂੰਗੀ ਕਿ ਕਿਸ ਤਰੀਕੇ ਦੇ ਨਾਲ ਬਣਵਾ ਸਕਦਾ। ਦੇਖੋ, ਜਿਹੜਾ ਬੰਦਾ ਤੇ ਪੈਨ ਕਾਰਡ ਬਣਾਉਣਾ ਚਾਹੁੰਦਾ ਹੈ ਉਹਦੇ ਵਾਸਤੇ ਮੈਂ ਦੱਸਿਆ ਸਰਕਾਰੀ ਫੀਸ 1000 ਰੁਪਏ ਹੈ। ਠੀਕ ਹੈ ਜੀ। ਤੇ ਉਹਨੂੰ ਬਣਾਉਣ ਲਈ ਕੀ ਹੈ ਕਿ NRI ਵਾਸਤੇ ਇੱਕ ਵੱਖਰਾ ਪੋਰਟਲ ਹੈ, ਉਹਦਾ ਫਾਰਮ ਡਾਊਨਲੋਡ ਹੋ ਜਾਂਦਾ ਹੈ। ਡਾਊਨਲੋਡ ਹੋ ਗਏ ਤੇ ਸਾਈਨ ਹੋਣੇ ਆ, ਫੋਟੋ ਚਿਪਕਣੀ ਹੈ, ਤੁਸੀਂ ਆਪਣੀ ਡਿਟੇਲ ਭਰਨੀ ਹੈ। ਉਹਦੇ ਵਾਸਤੇ ਪ੍ਰੋਪਰ ਇੱਥੇ ਆਥੋਰਾਈਜ਼ ਏਜੰਟ ਹੈਗੇ ਨੇ, ਠੀਕ ਹੈ, ਉਹਨਾਂ ਏਜੰਟਸ ਨੇ ਉਹਨੂੰ ਭਰਨਾ ਹੈ। ਭਰਨ ਤੋਂ ਬਾਅਦ ਉਹਨਾਂ ਨੇ ਆਪਣੇ ਉਹਦੇ ਤੋਂ ਪੋਰਟਲ ਤੋਂ ਅਪਲੋਡ ਕਰ ਦੇਣਾ, ਤੁਹਾਡੇ ਈਮੇਲ ID ਭਰ ਦੇਣੇ, ਤੁਹਾਨੂੰ ਉਸੇ ਵੇਲੇ ਨੋਟੀਫਿਕੇਸ਼ਨ ਆ ਜਾਣੀ ਹੈ ਤੇ ਵਿਦਿਨ 15 ਡੇਜ਼ ਤੁਹਾਨੂੰ ਤੁਹਾਡਾ ਪੈਨ ਕਾਰਡ ਈਮੇਲ ਤੇ ਜਾਰੀ ਹੋ ਜਾਣਾ ਹੈ। ਠੀਕ ਹੈ। ਤੇ ਜਿਹੜਾ ਕਾਰਡ ਹੈ ਉਹ ਜੇ ਤੁਸੀਂ ਇੰਡੀਆ 'ਚ ਪ੍ਰਿੰਟ ਕਰਕੇ ਇੰਡੀਆ 'ਚ ਮੰਗਾਉਣਾ ਚਾਹੁੰਦੇ ਹੋ ਤੁਸੀਂ ਇੰਡੀਆ ਵੀ ਮੰਗਾ ਸਕਦੇ ਹੋ,
ਜੇ ਤੁਸੀਂ ਫੋਰਨ ਚ ਮੰਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੋਰਨ ਦੀ ਫੀਸ ਦੇਣੀ ਪਏਗੀ। ਮਤਲਬ ਮਿਲ ਜਾਊਗਾ ਉਹ ਤੁਹਾਡੇ ਉੱਤੇ ਅਮਰੀਕਾ ਜਿਹੜੇ ਵੀ ਕੰਟਰੀ ਤੁਸੀਂ ਬੈਠੇ ਹੋ ਉੱਥੇ ਇੱਕ ਤੇ ਪੈਨ ਕਾਰਡ ਦੀ ਫੀਸ, ਇੱਕ ਉਹਨੂੰ ਫੋਰਨ ਮੰਗਾਉਣ ਦੀ ਫੀਸ, ਠੀਕ ਹੈ, ਦੋ, ਕਿਉਂਕਿ ਉਹ ਰਜਿਸਟਰੀ ਹੋ ਕੇ ਆਉਣਾ, ਉਹਦੀ ਫੀਸ ਤੁਸੀਂ ਪੇ ਕਰੋ ਤੇ ਤੁਸੀਂ ਜਿੱਥੇ ਵੀ ਜਿਹੜੀ ਕੰਟਰੀ 'ਚ ਬੈਠੇ ਹੋ ਤੁਹਾਨੂੰ ਉੱਥੇ ਡਿਲੀਵਰ ਹੋ ਜਾਏਗਾ ਜੀ, ਠੀਕ ਹੈ। ਜਾਂ ਤੁਸੀਂ ਇੰਡੀਆ 'ਚ ਆਪਣਾ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਰੱਖ ਲਓ ਤੇ ਇੰਡੀਆ ਵਿੱਚ ਉਹਨੂੰ ਡਿਲੀਵਰ ਕਰਾ ਲਓ ਜੀ, ਠੀਕ ਹੈ, ਆਸਾਨੀ ਨਾਲ ਡਿਲੀਵਰ ਹੋ ਸਕਦਾ। ਔਰ ਆਧਾਰ ਕਾਰਡ ਕਿਸ ਤਰੀਕੇ ਦੇ ਨਾਲ ਹੋ ਸਕਦਾ? ਦੇਖੋ ਆਧਾਰ ਕਾਰਡ 'ਚ ਇੱਕ ਕੈਚ ਹੈ, ਜੇ ਤੁਸੀਂ ਫੋਰਨ ਸਿਟੀਜ਼ਨ ਬਣ ਚੁੱਕੇ ਹੋ ਫਿਰ ਤੁਹਾਡਾ ਆਧਾਰ ਕਾਰਡ ਨਹੀਂ ਬਣਨਾ। ਅੱਛਾ, ਠੀਕ ਹੈ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਜਾਂ ਪੀਆਰ ਤੇ ਹੋ ਔਰ ਇੰਡੀਅਨ ਪਾਸਪੋਰਟ ਹੋ, ਇੰਡੀਅਨ ਮੂਲ ਦੇ ਵਿਅਕਤੀ ਹੋ ਤੇ ਇੰਡੀਆ ਦੇ ਵਿਅਕਤੀ ਹੋਣ ਕਰਕੇ ਤੁਹਾਡਾ ਇੰਡੀਅਨ ਆਧਾਰ ਕਾਰਡ ਬਣ ਸਕਦਾ ਹੈ, ਤੁਹਾਡੇ VOTING ਰਾਈਟਸ ਰਹਿ ਸਕਦੇ ਨੇ। ਬਹੁਤ ਦੇਰ ਪਹਿਲਾਂ ਹੁੰਦੀ ਸੀ ਡਿਊਅਲ ਸਿਟੀਜ਼ਨਸ਼ਿਪ, ਇੰਡੀਆ ਦੀ ਸਿਟੀਜ਼ਨਸ਼ਿਪ ਵੀ ਰਹਿੰਦੀ ਸੀ ਤੇ ਫੋਰਨ ਕੰਟਰੀ ਦੀ ਵੀ ਰਹਿੰਦੀ ਸੀ। ਉਹ ਸਾਡੀ ਸਰਕਾਰ ਨੇ, ਜਿਹੜੀਆਂ ਸਰਕਾਰਾਂ ਨੇ ਸਾਡੀਆਂ ਪਹਿਲੇ ਤੋਂ ਆਉਂਦੀਆਂ, ਉਹਨਾਂ ਨੇ ਬੰਦ ਕਰਤੀ ਸੀ ਕਿਉਂਕਿ ਉਹਦਾ ਮਿਸਯੂਜ਼ ਚੱਲ ਪਿਆ ਸੀ। ਤੇ ਅੱਜ ਕੱਲ ਉਹਦੀ ਥਾਂ ਤੇ OCI ਕਾਰਡ ਜਾਰੀ ਹੋਣ ਲੱਗ ਪਿਆ ਕਿ ਤੁਸੀਂ ਫੋਰਨਰ ਸਿਟੀਜ਼ਨ ਬਣ ਚੁੱਕੇ ਹੋ, ਤੁਹਾਨੂੰ ਬਾਹਰਲੇ ਮੁਲਕ ਦਾ ਪਾਸਪੋਰਟ ਜਾਰੀ ਹੋ ਗਿਆ ਤੇ ਤੁਸੀਂ ਆਪਣਾ OCI ਕਾਰਡ ਬਣਵਾਓ ਤੇ OCI ਕਾਰਡ ਦੇ ਉੱਤੇ ਬਾਰ-ਬਾਰ ਵੀਜ਼ਾ ਲਗਵਾਉਣ ਦੀ ਬਜਾਏ ਇੱਕੋ ਵਾਰੀ ਵੀਜ਼ਾ ਉਹ OCI ਕਾਰਡ ਦੇ ਸਿਰ ਤੇ ਤੁਸੀਂ ਆ ਸਕਦੇ ਹੋ। ਜੀ, ਠੀਕ ਹੈ। ਸੋ ਅਸੀਂ ਸਾਡਾ ਜਿਹੜਾ ਇੱਕ ਸ਼ੋਅ ਹੈ OCI ਕਾਰਡ ਦੇ ਉੱਪਰ ਵੀ ਕੀਤਾ ਸੀਗਾ, ਸੋ ਉਹਦੇ ਰਿਲੇਟਡ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ, ਜਾਂ ਫਿਰ ਤੁਸੀਂ ਸਾਡਾ ਜਿਹੜਾ ਪਿਛਲਾ ਸ਼ੋਅ ਹੈ ਉਹਨੂੰ ਦੇਖ ਸਕਦੇ ਹੋ, ਉਸ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਅਸੀਂ ਪਿਛਲੇ ਸ਼ੋਅ 'ਚ ਇੱਕ ਸ਼ੋਅ 'ਚ ਅਸੀਂ ਟਰੱਕ ਡਰਾਈਵਰਾਂ ਦੀ ਵੀ ਗੱਲਬਾਤ ਕੀਤੀ, ਥੋੜਾ ਜਿਹਾ ਓਵਰਵਿਊ ਦਿੱਤਾ ਸੀਗਾ। ਥੋੜੀ ਜੀ ਹੋਰ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਸਾਡੇ ਕੋਲ ਥੋੜਾ ਜਿਹਾ ਘੱਟ ਹੈਗਾ। ਬੇਸਿਕ ਜੀ ਗੱਲ ਕਰਾਂਗੇ ਉਹਦੇ ਬਾਰੇ, ਕੀ ਸੁਨੇਹਾ ਦੋਗੇ, ਕੀ ਕਹੋਗੇ? ਦੇਖੋ, ਜਿੰਨੀਆਂ ਵੀ ਪ੍ਰੋਫੈਸ਼ਨਲ ਕੈਟਾਗਰੀਜ਼ ਨੇ, ਚਾਹੇ ਉਹ ਟਰੱਕ ਡਰਾਈਵਰ ਹੈ, ਚਾਹੇ ਉਹ ਨਰਸਿੰਗ ਹੈ, ਚਾਹੇ ਵਕੀਲ ਹੈ, ਇੰਸ਼ੋਰੈਂਸ ਏਜੰਟਸ ਨੇ, ਉਹਨਾਂ ਸਾਰਿਆਂ ਵਾਸਤੇ ਪ੍ਰੋਵੀਜ਼ਨਸ ਹੈ ਫੋਰਨ ਜਾਣ ਦੀਆਂ। ਤੇ ਜਿੱਥੋਂ ਤੱਕ ਮੈਂ ਅੱਜ ਕੱਲ੍ਹ ਟਰੱਕ ਡਰਾਈਵਰ ਦੀ ਗੱਲ ਕਰਾਂ ਤੇ ਬੜਾ ਈਜ਼ੀ ਜਿਹਾ ਕੰਮ ਹੈ ਕਿ ਤੁਸੀਂ ਇੰਡੀਆ 'ਚ +2 ਪਾਸ ਹੋਣੇ ਚਾਹੀਦੇ ਹੋ, ਪਲੱਸ ਤੁਹਾਡੇ ਕੋਲ ਕੀ ਉਹਨੂੰ ਕਹਿੰਦੇ ਨੇ 4.5 ਬੈਂਡ ਹੋਣੇ ਚਾਹੀਦੇ ਨੇ ਤੇ ਥੋੜਾ ਜਿਹਾ ਬੈਂਕ ਬੈਲੈਂਸ ਹੋਣਾ ਚਾਹੀਦਾ ਹੈ ਤੇ ਇੰਡੀਆ ਵਿੱਚ ਟਰੱਕ ਚਲਾਉਣ ਦਾ ਲਾਇਸੈਂਸ ਘੱਟੋ ਘੱਟ 3 ਸਾਲ ਪੁਰਾਣਾ, ਇੱਕ ਮਤਲਬ ਟਨਿਓਰ ਤੁਹਾਡਾ ਹੈਵੀ ਦਾ ਲਾਇਸੈਂਸ, ਠੀਕ ਹੈ। ਸੋ ਉਹਦੇ ਵਿੱਚ ਅੱਗੋਂ ਟਰੱਕਿੰਗ ਦੀ ਕੈਟਾਗਰੀ ਹੈ, ਕਈ ਕੁਝ ਹੋਰ ਹੈ ਤੇ ਉਹਦੇ ਮੁਤਾਬਕ ਤੁਸੀਂ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਸੋ ਸਾਡੇ ਜਿਹੜੇ ਦਰਸ਼ਕ ਨੇ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੇ ਕਿਸੇ ਸਵਾਲ ਦੇ ਉੱਤੇ ਚਰਚਾ ਕਰੀਏ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਆਪਣਾ ਜਿਹੜਾ ਸਵਾਲ ਹੈ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ, ਜਾਂ ਫਿਰ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਕਿ ਵਕੀਲ ਸਾਹਿਬ ਸਾਨੂੰ ਇਸ ਟੌਪਿਕ ਦੇ ਉੱਤੇ ਸਲਾਹ ਦਿਓ। ਸਾਡੇ ਸ਼ੋਅ ਦੇ ਰਾਹੀਂ ਅਸੀਂ ਜਿਹੜੀ ਫ੍ਰੀ ਦੀ ਕੰਸਲਟੈਂਸੀ ਹੈ ਸਾਡੇ ਜਿਹੜੇ ਦਰਸ਼ਕ ਨੇ ਉਹਦੇ ਨਾਲ ਜ਼ਰੂਰ ਸਾਂਝੀ ਕਰਾਂਗੇ। ਵੇਲਾ ਘੱਟ ਹੈ, ਸੁਨੇਹਾ ਅੱਜ ਦਾ ਸਾਡੇ ਦਰਸ਼ਕਾਂ ਨਾਲ ਕੀ ਸਾਂਝਾ ਕਰੋਗੇ? ਬਸ ਮੈਂ ਤੇ ਹਰ ਵਾਰ ਇੱਕੋ ਗੱਲ ਕਹਿਣਾ ਜੀ, ਜ਼ਿੰਦਗੀ 'ਚ ਜੇ ਤਰੱਕੀ ਕਰਨੀ ਹੈ ਔਰ ਪਿੱਛੇ ਮੁੜ ਕੇ ਨਹੀਂ ਵੇਖਣਾ ਔਰ ਡਰਨਾ ਨਹੀਂ ਹੈ ਤੇ ਕਾਨੂੰਨ ਦੇ ਮੁਤਾਬਕ ਲੀਗਲ ਕੰਮ ਕਰਦੇ ਜਾਓ, ਤੁਹਾਨੂੰ ਜ਼ਿੰਦਗੀ 'ਚ ਕਦੀ ਕੋਈ ਡਰ ਨਹੀਂ ਰਹੇਗਾ। ਨਹੀਂ ਤਾਂ ਕਈ ਸਾਲ ਪੁਰਾਣੀਆਂ ਜਿਹੜੀਆਂ ਤੁਸੀਂ ਗੰਢਾਂ ਬੰਨੀਆਂ ਸੀ ਨਾ, ਉਹ ਤੁਹਾਡੇ ਕਿਸ ਪੜਾਅ ਤੇ ਆ ਕੇ ਤੁਹਾਨੂੰ ਡੋਬ ਦੇਣ ਤੁਸੀਂ ਨਹੀਂ ਜਾਣਦੇ। ਸਹੀ ਗੱਲ ਹੈ, ਨਹੀਂ ਜਾਣਦੇ, ਬਿਲਕੁਲ। तो इस करके पिछले शो में कैसे हत्थां ਦੀਆਂ ਬੰਨੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ, ਅੱਜ ਕੱਲ ਤੇ ਕੱਟਣੀਆਂ ਹੀ ਪੈਂਦੀਆਂ, ਖੁੱਲਦੀਆਂ ਨਹੀਂ ਜੀ। ਬਿਲਕੁਲ, ਮਤਲਬ ਉਹ ਪਿੱਛੇ ਜੇ ਇੱਕ ਆਇਆ ਸੀ ਵੀ ਅਮਰੀਕਾ 'ਚ ਰਹਿ ਰਿਹਾ ਸੀ ਵਿਅਕਤੀ ਤੇ 70 ਸਾਲ ਉਮਰ ਸੀ ਤੇ ਜਦੋਂ ਕ੍ਰਾਈਮ ਹੋਇਆ ਸੀ ਉਹ ਕ੍ਰਾਈਮ ਕੋਈ ਆਪਣੀ ਉਮਰ 20-21 ਸਾਲ ਦੀ ਉਮਰ 'ਚ ਉਹਨੇ ਕ੍ਰਾਈਮ ਕੀਤਾ ਸੀ, 50 ਸਾਲ ਬਾਅਦ ਉਹਦੀ ਅਰੈਸਟ ਪੈ ਗਈ ਸੀ ਪਟਿਆਲੇ ਤੋਂ। ਸੋ ਕਦੀ ਵੀ ਨਾ ਸੋਚੋ ਕਿ ਇਹ ਚੀਜ਼ਾਂ ਦਬ ਗਈਆਂ ਨੇ। ਕੋਈ ਵੀ ਤੁਹਾਡਾ ਦੁਸ਼ਮਣ ਖੜਾ ਹੋਏਗਾ, ਖਾਸ ਕਰਕੇ ਤੁਹਾਡੀ ਤਰੱਕੀ ਵੇਖ ਕੇ, ਤੇ ਜਦੋਂ ਤੁਸੀਂ ਰੇਤ ਤੇ ਪੈਰ ਰੱਖ ਕੇ ਤਰੱਕੀ ਲਿੱਤੀ ਹੈ ਜਾਂ ਕਿਸੇ ਦੇ ਮੋਢੇ ਤੇ ਰੱਖ ਕੇ ਤਰੱਕੀ ਲਿੱਤੀ ਹੈ ਜਾਂ ਕੋਈ ਗਲਤ ਦਸਤਾਵੇਜ਼ ਗਲਤ ਆਧਾਰ ਤੇ ਤੁਸੀਂ ਤਰੱਕੀ ਲਿੱਤੀ ਹੈ ਤੇ ਤੁਹਾਨੂੰ ਡਰ ਰਹੇਗਾ ਹੀ ਰਹੇਗਾ, ਤੁਸੀਂ ਕਿਤੇ ਨਾ ਕਿਤੇ ਫੜੇ ਜਾਓਗੇ, ਫਸੇ ਜਾਓਗੇ। ਮੈਂ ਦੱਸ ਦਿੰਦਾ, ਆਪਣੀ ਹੱਡਬੀਤੀ ਦੱਸਦਾ। ਮੈਂ ਲੌਂਗ ਬੈਕ 10th ਕਲਾਸ ਪਾਸ ਕੀਤੀ ਹੈ ਤੇ ਮੈਂ ਜਿਹੜੇ ਪਟਵਾਰੀ ਨੂੰ ਅੰਦਰ ਕਰਾਇਆ ਸੀ, ਜਿਹੜੇ ਹੋਰ ਲੋਕਾਂ ਨੂੰ ਉਹਨਾਂ ਨੇ ਦੁਸ਼ਮਣੀ ਕੱਢਣ ਲਈ ਕੀ ਕੀਤਾ ਕਿ ਇੱਕ ਐਪਲੀਕੇਸ਼ਨ ਦੇਤੀ ਕਿ ਸੁਨੀਲ ਕੁਮਾਰ ਦਾ 10ਵੀਂ ਦਾ ਸਰਟੀਫਿਕੇਟ ਜਾਲੀ ਹੈ। ਠੀਕ ਹੈ। ਹੁਣ ਜੇ ਸੱਚੀ ਮੁੱਚੀ ਜਾਲੀ ਹੁੰਦਾ ਤੇ ਡੈਫੀਨਿਟਲੀ ਆ ਸੁਨੀਲ ਮਲਨ ਬਿਹਾਈਂਡ ਦਾ ਬਾਰਸ ਹੁੰਦਾ, ਤੁਹਾਡੇ ਨਾਲ ਬਹਿ ਕੇ ਸ਼ੋਅ ਨਾ ਕਰ ਰਿਹਾ ਹੁੰਦਾ। ਬਿਲਕੁਲ ਜੀ, ਬਿਲਕੁਲ। ਤੇ ਉਹਦੀ ਇਨਕੁਆਇਰੀ ਵੀ ਲਿਖਿਆ ਵੀ ਇਹਦੇ ਪੁਲਿਸ ਦਾ ਐਡਵਾਈਜ਼ਰ ਹੈ, ਇਹਦੇ 'ਚ ਇਹ ਤਾਕਤਾਂ ਨੇ, ਰੋਜ਼ ਅਖਬਾਰਾਂ 'ਚ ਇਹਦੀਆਂ ਫੋਟੋਆਂ ਆਉਂਦੀਆਂ ਨੇ, ਬੜਾ ਮਸ਼ਹੂਰ ਆਦਮੀ ਹੈ ਤੇ ਇਹਦੀ ਇਨਕੁਆਇਰੀ ਕਿਸੇ ਵੱਡੇ ਰੈਂਕ ਤੋਂ ਕਰਾਈ ਜਾਵੇ। ਤਾਂ ACP ਅਪਾਇੰਟ ਕਰ ਦਿੱਤਾ ਗਿਆ
ਏਸੀਪੀ ਨੂੰ ਮੈਂ ਆਪਣਾ ਆਪ ਜਾ ਕੇ, ਜਦ ਕਿ ਦੂਜੀ ਪਾਰਟੀ ਨੂੰ ਮੇਰਾ ਰੋਲ ਨੰਬਰ, ਮੇਰੀ ਸਾਲ, ਮੇਰਾ ਕੁਝ ਨਹੀਂ ਪਤਾ, ਮੈਂ ਕਿਹਾ ਲਿਖੋ ਜੀ ਮੇਰਾ ਰੋਲ ਨੰਬਰ 2,78,559, ਆਹ ਸਾਲ ਤੇ ਡਿਸਟਿੰਕਸ਼ਨ ਹੋਲਡਰ ਆ ਮੈਂ, ਮੀਨਸ 70% ਅਬਵ ਮਾਰਕਸ ਨੇ ਮੇਰੇ 10th ਚ, ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਅਪਰੂਵ ਕਰਾ ਲਓ। ਜਦ ਕਿ ਕੋਈ ਹੋਰ ਕਿਸੇ ਨੇ ਸਰਟੀਫਿਕੇਟ ਦਿੱਤਾ, ਕੋਈ ਗਲਤੀ ਕੀਤੀ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਤੇ ਉੱਪਰ ਕੋਈ ਨਹੀਂ। ਤੇ ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਦੋਂ ਡਾਟਾ ਮੰਗਾਇਆ ਉਹ ਠੀਕ ਨਿਕਲਿਆ, ਉਹ ਝੂਠਾ ਕੰਪਲੇਂਟ ਦੇਣ ਦੀ ਮੈਂ 182 ਦੀ ਕਾਰਵਾਈ ਕਰਾ ਕੇ ਬੰਦਾ ਅੰਦਰ ਕਰਾਇਆ। ਬਿਲਕੁਲ। ਸੋ ਜਦੋਂ ਲੀਗਲ ਸੀ ਕੰਮ, ਜਿੱਥੇ ਮੈਂ ਸੋਚਾਂ ਕਿ ਅੱਜ ਤੋਂ 20 ਸਾਲ ਪਹਿਲਾਂ ਮੈਂ 10ਵੀਂ ਕੀਤੀ ਹੈ, ਅੱਜ ਮੇਰਾ ਇਹ ਹਾਲ ਹੈ, ਤੇ ਜੇ ਮੈਂ ਗਲਤ ਕੀਤੀ ਹੁੰਦੀ ਤੇ ਅੱਜ ਤੋਂ 5-7 ਸਾਲ ਪਹਿਲਾਂ ਮੈਂ ਤਾਂ ਡੈਫੀਨਿਟਲੀ ਫੜੇ ਜਾਣਾ ਸੀ। ਸੋ ਜ਼ਿੰਦਗੀ 'ਚ ਕਦੀ ਵੀ ਕੋਈ ਕਾਗਜ਼, ਕਦੀ ਵੀ ਕੋਈ ਸਬੂਤ, ਕਦੀ ਵੀ ਕੋਈ ਇਹੋ ਜਿਹੀ ਹਰਕਤ ਇਹ ਨਾ ਕਰੋ ਜਿਹੜੀ ਉਹ ਇਲੀਗਲ ਹੋਵੇ ਔਰ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੀ ਠੀਕ ਹੈ ਜੀ। ਸੋ ਸਾਡੇ ਦਰਸ਼ਕ ਸਾਨੂੰ ਕਾਲ ਕਰ ਸਕਦੇ ਨੇ ਜੀ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਬਾਰ-ਬਾਰ ਤੁਹਾਨੂੰ ਇੱਕੋ ਗੱਲ ਕਹਿੰਦੇ ਆ, ਕਮੈਂਟ ਸੈਕਸ਼ਨ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ, ਤੁਹਾਡੇ ਸਵਾਲਾਂ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ। ਸੋ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੇ ਰੁਝੇਵੇਂ ਚੋਂ ਸਰ ਸਾਨੂੰ ਸਮਾਂ ਦੇਣ ਲਈ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।